ਵੈਸੇ ਤਾਂ ਟਰੈਕਟਰਾਂ ਦੇ ਉੱਤੇ ਚੜ੍ਹ ਕਰਕੇ, ਟਰਾਲੀਆਂ ਤੇ ਚੜ੍ਹ ਕਰਕੇ ਦਿੱਲੀ ਜਾ ਕੇ ਵੀ ਆਪਾਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਕੀਤੀ ਸੀ। ਅੱਜ ਇਹ ਟਰਾਲੀ ਜਿਹੜੀ ਆ ਇੱਥੇ ਮਟਰਾਂ ਦੇ ਵਾਸਤੇ ਲੱਗੀ ਹੈ। ਇੱਕ ਝਾਤ ਮੈਂ ਚਾਹਾਂਗਾ ਕਿ ਕੈਮਰੇ ਦੀ ਨਿਗਾਹ ਦੇ ਨਾਲ, ਕਿਉਂਕਿ ਵਿਦੇਸ਼ਾਂ ਵਿੱਚ ਵੱਸਦੇ ਹੋ ਤਾਂ ਤੁਹਾਡੀ ਰੂਹ ਤਾਂ ਇੱਥੇ ਹੀ ਰਹਿੰਦੀ ਹੈ ਸਦਾ ਹੀ। ਸੋ ਆ ਵੇਖੋ ਲੈ ਲਹਾਉਂਦੀਆਂ ਕਣਕਾਂ ਤੇ ਸਾਰਾ ਪੰਜਾਬ ਦਾ ਉਹ ਮਾਹੌਲ ਜਿਹੜਾ ਤੁਹਾਨੂੰ ਸਦਾ ਹੀ ਇਸ ਮਿੱਟੀ ਦੇ ਨਾਲ ਜੋੜੀ ਰੱਖਦਾ। ਇਹਨੂੰ ਸਾਡੇ ਇਲਾਕੇ 'ਚ ਤਾਂ ਮੂਸਲ ਕਹਿੰਦੇ ਆ ਜੀ, ਪਤਾ ਨਹੀਂ ਹੁਣ ਕਿਸੇ ਦੂਜੇ ਕੁੱਪ ਕਹਿ ਦਿੰਦੇ। ਹਾਂਜੀ, ਉੱਥੇ ਕੁੱਪ ਕਹਿੰਦੇ, ਮਾਲ ਵਿੱਚ ਕੁੱਪ ਕਹਿ ਦਿੰਦੇ ਨੇ, ਹੋਰ ਕਿਸੇ ਇਲਾਕੇ ਸ਼ਾਇਦ ਕੁਝ ਹੋਰ ਵੀ ਕਹਿੰਦੇ ਹੋਣ, ਪਰ ਇਹਦੇ 'ਚ ਤੂੜੀ ਜਿਹੜੀ ਆ ਉਹ ਰੱਖੀ ਜਾਂਦੀ ਹੈ। ਬਾਕੀ ਉਹ ਸਾਹਮਣੇ ਤੁਹਾਨੂੰ ਕਿਤੇ ਗੱਡਾ ਵੀ ਨਜ਼ਰ ਆ ਰਿਹਾ ਹੋਏਗਾ। ਇਹ ਕਣਕ ਕੁਝ ਬਾਅਦ 'ਚ ਬੀਜੀ ਆ। ਅੱਗੇ ਆ ਜਾਈਏ ਤੇ ਇੱਧਰ ਆਪਾਂ ਨੂੰ ਆ ਪਏ ਦੇ ਉੱਤੇ ਆਪਾਂ ਬੈਠੇ ਹੋਏ ਆ ਤੇ ਆ ਸਰੋਂ ਦਿਖਦੀ ਆ ਆਪਾਂ ਨੂੰ। ਤੇ ਅੱਗੇ ਆਪਣੇ ਮਜ਼ਦੂਰ ਭਰਾ ਲੱਗੇ ਨੇ, ਮਟਰਾਂ ਦੀ ਤੁੜਾਈ ਹੋ ਰਹੀ ਆ। ਸੋ ਇਹ ਸਾਡੇ ਪੰਜਾਬੀਅਤ ਦੇ ਰੰਗ ਜਿਹੜੇ, ਸਾਡੀ ਜਿਹੜੀ ਮਿੱਟੀ ਸਾਨੂੰ ਇਹ એનર્ਜੀ ਦੇ ਰਹੀ ਹੈ, ਤਾਕਤ ਦੇ ਰਹੀ ਹੈ। ਤੇ ਗੁਰੂ ਸਾਹਿਬ ਦੀ ਇਹ ਮੈਂ ਸਮਝਦਾ ਮਿਹਰ ਬਖਸ਼ਿਸ਼ ਸਾਡੇ ਦੇ ਉੱਤੇ ਕਿ ਜਿਹੜਾ ਉਹਨਾਂ ਨੇ ਸਾਨੂੰ ਆਪਣੇ ਪੱਖ 'ਚ ਕਰ ਲਿਆ ਹੋਇਆ। ਕਿਉਂਕਿ ਜੇ ਆਪਾਂ ਗੁਰਬਾਣੀ ਦੇ ਉਸ ਨਜ਼ਰੀਏ ਤੋਂ ਦੇਖੀਏ ਕਿ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ, ਦਿੰਦੇ ਤੋਟ ਨਾ ਵੀ ਗਣਤ ਭਰੇ ਭੰਡਾਰ, ਤੇ ਉਹ ਭੰਡਾਰੇ ਉਹਨੇ ਗੁਰੂ ਸਾਹਿਬ ਨੇ, ਗੁਰੂ ਬਾਬੇ ਨੇ ਸਾਨੂੰ ਬਖਸ਼ਿਸ਼ ਕਰ ਦਿੱਤੇ ਹੋਏ। ਤੇ ਅੱਜ ਉਹਨਾਂ ਨੇ ਅੰਨਦਾਤਾ ਜਿਹੜਾ ਬਣਾ ਕਰਕੇ, ਸੋ ਸਿਰਫ ਲਫ਼ਜ਼ਾਂ ਦੇ ਨਾਲ ਅੰਨਦਾਤਾ ਨਹੀਂ, ਪ੍ਰੈਕਟੀਕਲੀ ਵੀ ਅੱਜ ਦੁਨੀਆ ਤੱਕਦੀ ਪਈ ਹੈ। ਸੋ ਇਹ ਸਾਰਾ ਬਹੁਤ ਵੱਡਾ ਇੱਕ ਸੰਕਲਪ ਜਿਹੜਾ ਸਾਡੇ ਕੋਲ ਮੌਜੂਦ ਸੀ 550 ਸਾਲਾਂ ਤੋਂ, ਤੇ ਉਹ ਬੜੇ ਵਧੀਆ ਢੰਗ ਦੇ ਨਾਲ ਪ੍ਰਗਟ ਹੋਇਆ ਇਸ ਸੰਘਰਸ਼ ਦੇ ਵਿੱਚ। ਤੇ ਇਸ ਸੰਘਰਸ਼ ਦੀਆਂ ਪ੍ਰਾਪਤੀਆਂ ਦੀ ਜੇਕਰ ਗੱਲ ਕਰੀਏ ਤੇ ਸਾਡੇ ਨਾਲ ਬਾਜਵਾ ਸਾਹਿਬ, ਜਿਨ੍ਹਾਂ ਨਾਲ ਹੁਣੇ ਆਪਾਂ ਗੱਲ ਕਰਦੇ ਪਏ, ਗੁਰਵਿੰਦਰ ਸਿੰਘ ਬਾਜਵਾ, ਇਨੋਵੇਟਿਵ ਫਾਰਮਰ ਨੇ। ਨਾਲ ਸਾਡੇ ਹੋਰ ਵੀਰ ਜੀ ਜਿਹੜੇ ਨੇ ਉਹ ਇਹਨਾਂ ਦੇ ਭਾਈ ਸਾਹਿਬ ਉਹ ਵੀ ਮੌਜੂਦ ਨੇ। ਸੋ ਬਾਜਵਾ ਸਾਹਿਬ, ਇਸ ਸੰਘਰਸ਼ ਤੋਂ ਆਪਾਂ ਹੁਣ ਤੱਕ ਕੀ ਕਮਾਇਆ ਵਾ ਤੇ ਕੀ ਗਵਾਇਆ, ਕਿਉਂਕਿ ਬੜੀਆਂ ਕੀਮਤੀ ਜਾਨਾਂ ਵੀ ਅਸੀਂ ਮਿਸ ਕਰ ਚੁੱਕੇ ਹਾਂ ਜੀ। ਬਿਨਾਂ ਸ਼ੱਕ ਇਹ ਮੇਰੇ ਨਾਲ ਵੱਡੇ ਭਾਜੀ ਨੇ ਅਮਰਪ੍ਰੀਤ ਸਿੰਘ ਜੀ, ਦੂਜੇ ਗੁਰਬਖਸ਼ ਸਿੰਘ ਜਿਹੜਾ ਉਹ ਮਟਰ ਲੈ ਕੇ ਮੰਡੀ ਨੂੰ ਚਲਾ ਗਿਆ। ਇਹ ਮੈਨੂੰ ਲੱਗਦਾ ਆ ਦੁੱਖ ਤੇ ਬੜਾ ਆ, ਜਿਹੜੀਆਂ ਅੱਜ ਦੀ ਤਰੀਕ ਤੱਕ ਇਸ ਸੰਘਰਸ਼ ਦੇ ਦੌਰਾਨ ਤਕਰੀਬਨ 33 ਸ਼ਹੀਦੀਆਂ ਹੋ ਗਈਆਂ ਨੇ। ਇਹ ਵੀ ਕਰਮਾਂ ਵਾਲੇ ਜੀ ਨੇ। ਪਰ ਜੇ ਤੁਸੀਂ ਸਾਡੇ ਸੱਭਿਆਚਾਰ ਦੇ ਵਿੱਚ ਇੱਕ ਪੱਖ ਕਹਿੰਦੇ ਸੀ ਸਰਾਪ ਦਾ ਤੇ ਹਾਂ ਲੱਗਣੀ, ਇਹਨਾਂ 33 ਦੇ ਵਿੱਚ ਜਿਹੜੇ 16-17 ਨੌਜਵਾਨ ਨੇ, ਖਾਸ ਕਰਕੇ ਜੇ ਮੈਂ ਜ਼ਿਕਰ ਕਰਾਂ ਤੇ ਸਵੇਰੇ ਤੁਸਾਂ ਵੀ ਉੱਥੇ ਜਾਣਾ ਆ, ਮੇਰਾ ਵੀ ਮਨ ਆ ਸਵੇਰੇ ਉੱਥੇ ਹਾਜ਼ਰੀ ਲਾਉਣ ਦਾ। ਮਾਨਸਾ ਜ਼ਿਲ੍ਹੇ ਦੇ ਫੱਤਾ ਮਲੂਕਾ ਪਿੰਡ ਦਾ 24 ਸਾਲਾ ਨੌਜਵਾਨ ਸੀਗਾ ਜਤਿੰਦਰ ਸਿੰਘ, ਜਿਹਦੇ ਵਿਆਹ ਨੂੰ ਸਿਰਫ ਅਜੇ 50 ਦਿਨ ਹੋਏ ਸੀ। ਤੇ ਇੰਨੇ ਨਵੇਂ ਵਿਆਹਿਆ ਬੰਦਾ ਔਰ ਚੰਗਾ ਘਰੋਂ ਸੌਖਾ ਮੁੰਡਾ, ਉਹਨੂੰ ਕੀ ਪਈ ਸੀਗੀ ਉੱਥੇ ਸੰਘਰਸ਼ ਦੇ ਵਿੱਚ ਜਾਣ ਦੀ। ਘਰ ਵਾਲੇ ਵੀ ਰੋਕਦੇ ਵੀ ਕਾਕਾ ਤੂੰ ਨਵਾਂ ਵਿਆਹਿਆ ਵਾ ਤੇ ਤੁਸੀਂ ਘਰ ਰਹੋ, ਅਜੇ ਜ਼ਿੰਦਗੀ ਦੇ ਰੰਗ ਮੇਲੇ ਮਾਣੋ। ਪਰ ਉਸ ਬੱਚੇ ਨੇ ਫਿਰ ਵੀ ਚਲੋ ਆਪਣਾ ਨੈਤਿਕ ਫਰਜ਼ ਪਛਾਣਦੇ ਹੋਏ ਉਧਰ ਨੂੰ ਮੁਹਾਰਾਂ ਘੱਤੀਆਂ। ਤੋ ਹਿਸਾਰ ਨੇੜੇ ਜੋ ਟਰਾਲੀ ਦੇ ਵਿੱਚ ਕੋਈ ਨੁਕਸਾ ਆਇਆ, ਉਹਨੂੰ ਦੇਖ ਰਿਹਾ ਸੀ ਨੀਵੇਂ, ਪਿੱਛੋਂ ਇੱਕ ਨੀਂਦਰੇ 'ਚ ਆਏ ਹੋਏ ਡਰਾਈਵਰ ਨੇ ਗੱਡੀ ਮਾਰੀ, ਜਿਹਦੇ ਕਰਕੇ ਉਹ ਬੱਚੇ ਦੀ ਮੌਤ ਹੋ ਗਈ। ਇੱਕ ਫੱਟੜ ਹੈ। ਇਹ ਜਿਹੜੀਆਂ ਸ਼ਹੀਦੀਆਂ ਪਹਿਲੀ ਗੱਲ ਤੇ ਅਜਾਈ ਨਹੀਂ ਜਾਣੀਆਂ, ਇਹਨਾਂ ਦਾ ਸਰਾਪ ਵੀ ਲੱਗਣਾ ਆ, ਇਹਨਾਂ ਦੀ ਹਾਂ ਵੀ ਲੱਗਣੀ ਆ, ਉਹਨਾਂ ਮਾਵਾਂ ਦੀ ਵੀ ਹਾਂ ਲੱਗ ਜਾਣੀ ਹੈ। ਇਹ ਸਰਕਾਰਾਂ ਨੂੰ ਸੋਚਣਾ ਬਣਦਾ, ਕਾਨੂੰਨੀ ਜੋ ਮਰਜ਼ੀ ਸੋਚੀ ਜਾਣ ਜਾਂ ਕਰੀ ਜਾਣ, ਪਰ ਇਸ ਅਦਾਲਤ ਤੋਂ ਉੱਤੇ ਵੀ ਇੱਕ ਬੜੀ ਵੱਡੀ ਅਦਾਲਤ ਹੈ, ਉਹ ਉੱਥੇ ਜੇ ਜਵਾਬ ਤਲਬੀ ਜਿਹੜੀ ਹੈ ਨਾ ਉੱਥੇ ਵੀ ਹੁੰਦੀ ਹੈ। ਸੋ ਇੱਕ ਨਾਲ ਹੀ ਬਾਜਵਾ ਸਾਹਿਬ ਅਸੀਂ ਗੱਲ ਸਾਂਝੀ ਕਰਦੇ ਚੱਲੀਏ। ਸੰਗਤ ਏਡ ਨੇ, ਸਾਰੇ ਸਾਡੇ ਟਰੱਸਟੀ ਸਾਹਿਬਾਨ ਨੇ ਜੋ ਫੈਸਲਾ ਲਿਆ ਹੈ ਕਿ ਜਿਹੜੇ ਵੀ ਇਸ ਸੰਘਰਸ਼ ਦੇ ਲੇਖੇ ਜਿਨ੍ਹਾਂ ਦੀਆਂ ਜਿੰਦਾਂ ਲੱਗੀਆਂ ਨੇ, ਅਸੀਂ ਉਹਨਾਂ ਨੂੰ ਮਤਲਬ ਇੱਕ ਸਤਿਕਾਰ ਭੇਟ ਕਹਿ ਸਕਦੇ ਹਾਂ। ਉਹਨਾਂ ਦਾ ਦੇਣਾ ਤਾਂ ਅਸੀਂ ਕੋਈ ਵੀ ਨਹੀਂ ਪੂਰਾ ਕਰ ਸਕਦਾ, ਜਿਹੜੀਆਂ ਐਡੀਆਂ ਵੱਡੀਆਂ ਘਾਟਾਂ ਪੈ ਗਈਆਂ। ਸੋ 1-1 ਲੱਖ ਰੁਪਈਆ ਸਾਰੇ ਪਰਿਵਾਰਾਂ ਨੂੰ ਸੰਗਤ ਏਡ ਵੱਲੋਂ ਜਿਹੜਾ ਹੈ ਉਹ ਦੇਣ ਦਾ ਇੱਕ ਸੰਕਲਪ ਲਿਆ ਗਿਆ। ਸੰਗਤਾਂ ਹੋਰ ਸਹਿਯੋਗ ਦੇ ਦੇਣਗੀਆਂ ਤੇ ਵੱਧ ਆ ਜਾਏਗਾ ਤੇ ਹੋਰ ਵੱਧ ਉਹਨਾਂ ਤੱਕ ਪਹੁੰਚਾ ਦਿੱਤਾ ਜਾਏਗਾ। ਸੋ ਕੱਲ ਸਾਡੀ ਵਿਚਾਰ ਹੈ ਕਿ ਅਸੀਂ ਉੱਥੇ ਜਾ ਕੇ ਇਹਨਾਂ ਨੂੰ, ਕਿਉਂਕਿ ਭੋਗ ਦਾ ਉਹਨਾਂ ਦਾ ਦਿਨ ਹੈ, ਤੇ ਉਸ ਮੌਕੇ ਇੱਕ ਸਤਿਕਾਰ ਹੀ ਭੇਟ ਕਰ ਸਕਦੇ ਹਾਂ। ਐਸੇ ਮਾਵਾਂ ਦੇ ਪੁੱਤ ਜਿਹੜੇ ਨੇ ਨਾ ਕੋਈ ਨਹੀਂ ਮੋੜ ਸਕਦਾ। ਪਰ ਮੈਂ ਸਮਝ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਕਿ ਵਿਅਰਥ ਨਹੀਂ ਜਾਣਗੀਆਂ ਕੁਰਬਾਨੀਆਂ, ਇਹ ਸਾਨੂੰ ਕੁਝ ਬਹੁਤ ਵੱਡਾ ਦੇ ਕੇ ਜਾਣਗੇ। ਜਿਸ ਤਰ੍ਹਾਂ ਕਿ ਤੁਸੀਂ ਪੁੱਛ ਰਹੇ ਸੀ ਨਾ ਵੀ ਇਸ ਅੰਦੋਲਨ ਦੀਆਂ ਪ੍ਰਾਪਤੀਆਂ, ਇਹ ਜਿਹੜੀਆਂ ਸਾਡੇ ਵਿੱਚੋਂ ਗਏ ਨੇ,
ਇੱਕ ਤੁਸੀਂ ਦੇਖੋ ਇਨਡਾਇਰੈਕਟਲੀ ਇਹਨਾਂ ਦੀ ਵੀ ਇੱਕ ਪ੍ਰਾਪਤੀ ਹੋ ਗਈ ਆ। ਇਹਨਾਂ ਦਾ ਪਰਿਵਾਰ ਹੁਣ ਛੋਟਾ ਨਹੀਂ ਰਿਹਾ। ਤੁਹਾਨੂੰ ਵੀ ਸਲਾਮ ਹੈ, ਤੁਹਾਡੇ ਜਜ਼ਬੇ ਨੂੰ, ਤੁਹਾਡੀ ਸੰਗਤ ਏਡ ਨੂੰ, ਤੇ ਹੋਰ ਵੀ ਜਿਹੜੀਆਂ ਸੰਸਥਾਵਾਂ ਨੇ, ਹੋਰ ਵੀ ਬਹੁਤ ਸਾਰੇ ਲੋਕ ਨੇ। ਪੰਜਾਬ ਸਰਕਾਰ ਨੇ ਵੀ 5-5 ਲੱਖ ਰੁਪਈਆ ਕਿਹਾ ਹੋਇਆ ਵਾ। ਮੈਨੂੰ ਲੱਗਦਾ ਕਿ ਪੈਸੇ ਦੀ ਕਮੀ ਨਹੀਂ ਹੋਣੀ, ਪਰ ਹੁਣ ਉਹ ਪਿੱਛੇ ਆਪਣਾ ਪਰਿਵਾਰ ਬੜਾ ਵੱਡਾ ਕਰ ਗਏ ਆ। ਅਸੀਂ ਸਾਰੇ ਜਾਣੇ ਰਲ ਕੇ ਉਹਨਾਂ ਦੇ ਪਰਿਵਾਰਾਂ ਨੂੰ ਤਾਂ ਉਮਰ ਸੰਭਾਲ ਲਵਾਂਗੇ। ਸਾਡੇ ਦਿਲਾਂ ਦੇ ਵਿੱਚ ਇਹ ਗੱਲ ਰਹਿਣੀ ਆ ਵੀ ਇਸ ਪਰਿਵਾਰ ਦੇ ਵਿੱਚੋਂ ਜਿਹੜਾ ਜੀ ਸੀ ਉਹ ਸਾਡੀ ਹੋਂਦ ਨੂੰ, ਸਾਡੀ ਮਿੱਟੀ ਨੂੰ ਬਚਾਉਣ ਵਾਸਤੇ ਗਿਆ ਸੀ ਤੇ ਉਹਨੇ ਆਪਣੇ ਪ੍ਰਾਣ ਦਿੱਤੇ ਸੀ। ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਮੈਂ ਮੰਨਦਾ ਨਾ, ਜਿਹਦੇ ਕਰਕੇ ਬੜਾ ਮੈਂ ਪ੍ਰਤੱਖ ਤੌਰ ਤੇ ਮੋਦੀ ਜੀ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹੁੰਨਾ। ਮੈਂ ਕਈ ਸਟੇਜਾਂ ਤੇ ਲਗਾਤਾਰ, ਤੇ ਅੱਜ ਤੁਹਾਡੇ ਵੀ ਕਹਿ ਰਿਹਾ ਜੀ ਜੀ, ਇਹਦਾ ਤਾਂ ਹੱਥ ਜੋੜ ਕੇ ਧੰਨਵਾਦ ਦੇਣਾ ਬਣਦਾ। ਤੇ ਭਾਈ ਜਿਹੜਾ ਸਾਨੂੰ ਪੁਸ਼ ਚਾਹੀਦਾ ਸੀ ਨਾ ਇੰਨੇ ਸਾਲਾਂ ਤੋਂ, ਅਸੀਂ 15-20 ਸਾਲਾਂ ਤੋਂ ਰੌਲਾ ਪਾ ਰਹੇ ਹਾਂ ਵੀ ਜ਼ਹਿਰ ਮੁਕਤ ਕਰੀਏ ਜ਼ਮੀਨ, ਜ਼ਹਿਰ ਮੁਕਤ ਖੇਤੀ ਕਰੀਏ, ਆਪਣਾ ਰਵਾ ਬਚਾਈਏ, ਆਪਣੀ ਜਿਹੜੀ ਫਸਲੀ ਵਿਭਿੰਨਤਾ ਆ ਉਹ ਲੈ ਕੇ ਆਈਏ, ਆਤਮ ਨਿਰਭਰਤਾ ਦੀ ਖੇਤੀ ਲੈ ਕੇ ਆਈਏ, ਆਪਣੇ ਆਪ ਨੂੰ ਬਾਜ਼ਾਰ ਦੇ ਵਿੱਚੋਂ ਜਿਹੜਾ ਸਾਡੀ ਨਿਰਭਰਤਾ ਹੈ ਉਹਨੂੰ ਘਟਾ ਕੇ ਤੇ ਬਾਜ਼ਾਰ ਸਾਡੇ ਕੋਲ ਆਵੇ। ਉਹ ਗੱਲਾਂ ਐ ਲੱਗਦਾ ਹੈ ਵੀ ਉਤੋਂ ਦੀ ਲੰਘ ਰਹੀਆਂ ਸੀ। ਇਹ ਲੀਲਾ ਐਸੀ ਵਰਤੀ ਆ ਕਿ ਪਹਿਲਾਂ ਇੰਨਾ ਜ਼ਿਆਦਾ ਸਟੇਜਾਂ ਤੇ, ਰੇਡੀਓ, ਟੀਵੀ ਤੇ ਬੋਲਣ ਦੇ ਬਾਵਜੂਦ ਵੀ ਬਹੁਤ ਥੋੜੇ ਬੰਦੇ ਸੀ ਜਿਹੜੇ ਇਸ ਚੀਜ਼ ਬਾਰੇ ਉਤਸੁਕਤਾ ਪ੍ਰਗਟ ਕਰਦੇ ਸੀ। ਪਰ ਇਹਦੀ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਇਸ ਸੰਘਰਸ਼ ਦੀ ਇਹ ਆ, ਇਹਦੇ ਤੋਂ ਬਾਅਦ ਉਹ ਕਾਨੂੰਨ ਵਾਪਸ ਲੈਂਦੇ ਆ, ਕੀ ਕਰਦੇ ਆ, ਸੋਧਾਂ ਕਰਦੇ ਆ, ਜੇ ਜ਼ਬਰ ਕਰਦੇ ਆ ਜਾਂ ਕੀ ਕਰਦੇ ਆ, ਉਹ ਤੇ ਜੇ ਭਵਿੱਖ ਦੀ ਗਰਭ 'ਚ ਆ। ਪਰ ਇਹਦੇ ਤੋਂ ਬਾਅਦ ਇੱਕ ਬਿਲਕੁਲ ਨਵਾਂ ਪੰਜਾਬ ਜਿਹੜਾ ਆ ਉਹ ਖੜਾ ਹੋਏਗਾ। ਔਰ ਗੱਲ ਹੋਰ ਤੁਹਾਡੀ ਗੱਲ 'ਚ ਜੋੜਦਾ ਜਾਵਾਂ ਤਾਂ ਨਵਾਂ ਭਾਰਤ ਖੜਾ ਹੋ ਸਕਦਾ ਹੈ। ਜਿੱਥੋਂ ਤੱਕ ਗੱਲ ਪਹੁੰਚ ਗਈ, ਪੰਜਾਬ ਤਾਂ ਖੜਾ ਹੀ ਹੋ ਗਿਆ। ਬਿਲਕੁਲ ਪੰਜਾਬ ਖੜਾ ਹੋ ਚੁੱਕਾ ਆ। ਹਰਿਆਣੇ ਵਾਲੇ ਵੀਰ ਕਹਿਣ ਦੇ ਵੀ ਸਾਡੀ ਬਾਉਂਡਰੀ ਹਟਾ ਦਿਓ। ਸੋ ਇਹ ਬਹੁਤ ਬੜੀ ਵੱਡੀ ਪ੍ਰਾਪਤੀ ਮੈਂ ਸਮਝਦਾ, ਇਹ ਲਫ਼ਜ਼ਾਂ ਤੋਂ, ਸੋਚ ਤੋਂ ਬਹੁਤ ਵੱਡੀ ਚੀਜ਼ ਹੈ। ਇਹ ਭਾਜੀ ਬਿਲਕੁਲ ਸਹੀ ਗੱਲ ਹੈ। ਜਿਹੜਾ ਇਸ ਅੰਦੋਲਨ ਤੇ ਜਿਹੜੀਆਂ ਨਜ਼ਰਾਂ ਨਾ ਸਿਰਫ ਪੂਰੇ ਭਾਰਤ ਦੀਆਂ, ਪੂਰੇ ਵਿਸ਼ਵ ਦੀਆਂ ਲੱਗੀਆਂ ਹੋਈਆਂ ਨੇ। ਇਹ ਇਤਿਹਾਸ ਦੇ ਜਿਹੜੇ ਅੰਦੋਲਨ ਹੋਏ ਆ ਵਿਲੱਖਣ ਕਿਸਮ ਦੇ, ਉਹਨਾਂ ਚੋਂ ਤੀਜੇ ਨੰਬਰ ਤੇ ਆ ਹੀ ਗਿਆ ਆ। ਇਹ ਸਮਾਪਤ ਹੁੰਦੇ ਹੁੰਦੇ ਪਹਿਲੇ ਨੰਬਰ ਤੇ ਆ ਜਾਣਾ ਆ। ਇਹ ਤੇ ਅਜੇ ਵੀ ਉਹ ਆਪਣੀ ਥੋੜੀ ਬਹੁਤੀ ਜਿਹੜੀ ਨੱਕ ਆ, ਸ਼ਰਮ ਆ, ਬਚਾ ਲੈਣ ਤੇ ਉਹਨਾਂ ਨੂੰ ਵਾਹਿਗੁਰੂ ਉਹਨਾਂ ਨੂੰ ਥੋੜੀ ਜਿਹੀ ਅਕਲ ਦੇਵੇ। ਪਰ ਜਿਹੜਾ ਸਾਨੂੰ ਲੱਗਦਾ ਸੀ, ਕੋਈ ਵੀ ਮਨ ਦੇ ਵਿੱਚ ਇਹ ਭੁਲੇਖਾ ਕੱਢ ਦਵੇ ਵੀ ਪੰਜਾਬ ਉਹਦੇ ਸਿਰ ਤੇ ਜਿੰਦਾ, ਪੰਜਾਬ ਜਿੰਦਾ ਗੁਰਾਂ ਦੇ ਨਾਂ ਤੇ ਪੰਜਾਬੀਆਂ ਦੇ ਨਾਂ ਤੇ। ਅਸੀਂ ਨਵਾਂ ਪੰਜਾਬ ਖੜਾ ਕਰਨਾ, ਆਪਣਾ ਆਤਮ ਨਿਰਭਰ ਮਾਡਲ ਜਿਹੜਾ ਵੀ ਖੜਾ ਕਰਨਾ ਆ। ਸਾਡੇ ਤੇ ਐਸੀ ਕਿਰਪਾ ਹੋ ਗਈ, ਜਿਹੜੀਆਂ ਗੱਲਾਂ ਨੂੰ ਲੈ ਕੇ ਪਹਿਲਾਂ ਅਸੀਂ ਬੜੇ ਨਿਰਾਸ਼ ਤੇ ਸੋਚਵਾਨ ਹੁੰਨੇ ਆ ਵੀ ਸਾਡੀ ਸਾਰੀ ਜਵਾਨੀ ਸਾਡੇ ਬਾਹਰਲੇ ਮੁਲਕਾਂ ਨੂੰ ਚਲੇ ਜਾਂਦੇ ਆ। ਜੋ ਉਹਨਾਂ ਨੇ ਉੱਥੇ ਬੈਠਿਆਂ ਰੋਲ ਨਿਭਾਇਆ ਆ, ਹਾਂ ਇਹ ਗੱਲ ਵੱਖਰੀ ਹੈ ਵੀ ਇੱਕ ਗਿਲਾ ਰਿਹਾ ਕਿ ਸਾਡਾ ਜਿਹੜਾ ਪ੍ਰਵਾਸੀ ਪੈਸਾ ਆ ਉਹ ਸਾਰਾ ਨਿਰਾਰਥਕ ਕੰਮਾਂ ਤੇ ਲੱਗਦਾ ਰਿਹਾ, ਦੇਖ ਦਿਖਾਵੇ ਤੇ ਫਜ਼ੂਲ ਖਰਚੀਆਂ ਤੇ। ਪਰ ਮੈਨੂੰ ਹੁਣ ਬਹੁਤ ਸਾਰੇ ਵੀਰਾਂ ਦੇ ਫੋਨ ਵੀ ਆਉਂਦੇ ਆ ਤੇ ਮਾਹੌਲ ਇਦਾਂ ਦਾ ਬਣ ਗਿਆ ਆ ਕਿ ਕੱਲ ਨੂੰ ਜੇ ਸਾਨੂੰ ਕੁਝ ਆਪਣਾ ਢਾਂਚਾ ਖੜਾ ਕਰਨਾ ਪਏਗਾ, ਹਰ ਪਿੰਡ ਦੇ ਵਿੱਚ ਇੰਨੇ ਕੁ NRI ਵੀਰ ਹੈਗੇ ਆ, ਉਹਨਾਂ ਦੀ ਮਦਦ ਦੇ ਨਾਲ ਬਗੈਰ ਕਿਸੇ ਸਰਕਾਰ ਦੇ ਮੂੰਹ ਵੱਲ ਵੇਖਿਆ ਅਸੀਂ ਉਹ ਖੜਾ ਕਰ ਸਕਾਂਗੇ ਔਰ ਮਹਾਰਾਜ ਦੀ ਕਿਰਪਾ ਨਾਲ ਖੜਾ ਕਰਾਂਗੇ। ਕਿਉਂਕਿ ਇੱਕ ਸਿਰਫ ਜਜ਼ਬੇ ਦੀ ਤੇ ਇਕੱਠ ਦੀ ਕਮੀ ਸੀ ਜਿਹੜੀ ਬਾਬੇ ਨਾਨਕ ਨੇ ਲੀਲਾ ਵਰਤਾ ਕੇ ਸਾਨੂੰ ਦੇਤੀ ਆ। ਹਿੰਦੁਸਤਾਨ ਸਾਡੀ ਪਾਈ ਹੋਈ ਪੈੜ ਤੇ ਹੀ ਪਹਿਲਾਂ ਚੱਲਦਾ ਰਿਹਾ ਆ, ਬਚਦਾ ਰਿਹਾ ਵਾ, ਅੱਗੇ ਵੀ ਚੱਲੇਗਾ, ਬਚੇਗਾ, ਸਗੋਂ ਹੋਰ ਚੜ੍ਹਦੀਆਂ ਕਲਾਂ 'ਚ ਜਾਏਗਾ। ਬਿਲਕੁਲ। ਸਭ ਤੋਂ ਵੱਡੀ ਗੱਲ ਇਹ ਅੱਜ ਕਿ ਹਿੰਦੁਸਤਾਨ ਕਹਿ ਰਿਹਾ ਹੈ ਕਿ ਪੰਜਾਬ ਸਾਨੂੰ ਲੀਡ ਕਰ ਰਿਹਾ। ਇੱਕ ਆਪਾਂ ਛੋਟੇ ਹੁੰਦਿਆਂ ਤੋਂ ਇੱਕ ਪੜ੍ਹਦੇ ਹੁੰਦੇ ਸੀ ਕਿ ਬੋਰਨ ਟੂ ਲੀਡ। ਸੋ ਉਹਦਾ ਅਹਿਸਾਸ ਸਾਨੂੰ ਹੁਣ ਗੁਰੂ ਸਾਹਿਬ ਨੇ ਕਿਰਪਾ ਦੇ ਨਾਲ ਹੋ ਗਿਆ। ਤਾਜ ਹੈ ਨਾ, ਹਾਂਜੀ, ਸਿਰ ਦਾ ਤਾਜ ਹੈ ਨਾ। ਇਹਨੂੰ ਤੁਸੀਂ ਜਿਓਗ੍ਰਾਫੀਕਲੀ ਵੇਖੋ, ਭੂਗੋਲਿਕ ਤੌਰ ਤੇ ਵੀ ਜਿਹੜਾ ਵੀ ਕੋਈ ਬਾਹਰੋਂ ਆਉਂਦਾ ਆ ਉਹਨੂੰ ਹਮੇਸ਼ਾ ਅਸੀਂ ਟੱਕਰਦੇ ਰਹੇ ਆ। ਨਹੀਂ ਤੇ ਅੰਗਰੇਜ਼ ਜੇ ਇਧਰੋਂ ਪੰਜਾਬ ਵੱਲੋਂ ਦਾਖਲ ਹੁੰਦੇ, ਛੋਟੀ ਜੀ ਉਦਾਹਰਨ ਆ, ਤੇ ਅਸੀਂ ਵੜਨਦੇ ਨੇ ਉਹਨਾਂ ਨੂੰ। ਇਹ ਤਾਂ ਉਧਰੋਂ ਕੇਰਲਾ ਵੱਲੋਂ ਆਏ ਤੇ ਉਹਨਾਂ ਨੂੰ ਸਤਲੁਜ ਦਰਿਆ ਤੱਕ ਰੋਕਿਆ ਹੀ ਕਿਸੇ ਨੇ ਨਹੀਂ। ਅਖੀਰ ਤੇ ਪੰਜਾਬ ਨੇ ਰੋਕਿਆ ਤੇ ਮੁੜ ਕੇ ਕੱਢਿਆ ਵੀ ਪੰਜਾਬ ਨੇ ਉਹਨਾਂ ਨੂੰ ਉਸ ਮੁਲਕ ਤੋਂ ਬਾਹਰ। 100 ਸਾਲ ਲੱਗ ਗਏ ਅੰਗਰੇਜ਼ਾਂ ਨੂੰ ਪੰਜਾਬ ਤੱਕ ਪਹੁੰਚਦਿਆਂ। ਬਿਲਕੁਲ। ਤੇ ਸਭ ਤੋਂ ਪਹਿਲਾਂ ਕੱਢਣ ਵਾਲੇ ਵੀ ਇਹੀ ਪੰਜਾਬੀ ਯੋਧੇ ਸੀਗੇ। ਤੇ ਉਸੇ ਪੰਜਾਬ ਦੀ ਮਿੱਟੀ ਨੇ ਇੱਕ ਵਾਰੀ ਫੇਰ ਕਰਵਟ ਲਈ ਹੈ। ਜਿਹੜੀ ਗੱਲ ਹੁਣੇ ਅਸੀਂ ਪਹਿਲਾਂ ਵੀ ਸਾਂਝੀ ਕੀਤੀ ਸੀ ਕਿ ਬਾਬੇ ਨਾਨਕ ਨੇ ਕਿਰਪਾ ਕੀਤੀ, ਸਾਨੂੰ ਉਹ ਪੁਸ਼ ਦੇ ਦਿੱਤਾ ਜਿਹੜੀ ਸਾਨੂੰ ਬੜੀ ਲੋੜ ਸੀ। ਤੇ ਇਹਦੇ ਵਿੱਚ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਮੇਰੇ ਮਨ 'ਚ ਵੀ ਇਹ ਗੱਲ ਆਉਂਦੀ, ਜਿੱਦਾਂ ਤੁਸੀਂ ਕਿਹਾ ਨਾ ਕਿ ਮੋਦੀ ਜੀ ਨੇ ਬੜਾ ਵਧੀਆ ਕੰਮ ਕੀਤਾ। ਮੈਂ ਸਮਝਦਾ ਖੱਟੜ ਸਾਹਿਬ ਨੇ ਵੀ ਬੜਾ ਵਧੀਆ ਕੰਮ ਕੀਤਾ, ਜਿਹੜਾ ਉਹ ਸਾਨੂੰ ਪਹਿਲੇ ਦਿਨ ਉਹਨਾਂ ਨੇ ਡੱਕਾ ਲਾ ਕੇ, ਕਿਉਂਕਿ ਜਦੋਂ ਫਿਰ ਅੱਗੇ ਕੋਈ ਅੜ ਜੇ ਨਾ
ਤੇ ਅੜੀਆਂ ਪਕਾਉਣੀਆਂ ਫਿਰ ਪੰਜਾਬੀਆਂ ਨੂੰ ਤਾਂ ਬਖੂਬੀ ਆਉਂਦੀਆਂ ਹੀ ਨੇ ਜੀ। ਇਹ ਟੈਂ ਤੇ ਫਿਰ ਮੰਨਦੇ ਨਹੀਂ ਨਾ, ਟੈਂ ਤੇ ਭੰਨਣੀ ਜ਼ਰੂਰੀ ਆ ਨਾ। ਉਹ ਤੇ ਵੈਸੇ ਵੀ ਸਾਡਾ ਇਤਿਹਾਸ ਆ ਵੀ ਨਾ ਸਾਨੂੰ ਕੋਈ ਦੌਲਤ ਨਾ ਕੋਈ ਕਿਸੇ ਤਰ੍ਹਾਂ ਦੀ ਹੋਰ ਪਦਾਰਥ, ਕਈਆਂ ਨੂੰ ਆਂਦੇ ਨਾ ਜ਼ਰ ਜ਼ੋਰੂ ਜ਼ਮੀਨ ਕੋਈ ਨਾ ਕੋਈ ਚੀਜ਼ ਆਕਰਸ਼ਿਤ ਕਰ ਲੈਂਦੀ ਆ, ਪਰ ਪੰਜਾਬੀਆਂ ਨੂੰ ਹਮੇਸ਼ਾ ਚੁਣੌਤੀ, ਜਦੋਂ ਕੋਈ ਚੈਲੰਜ ਕਰਦਾ ਮੈਂ ਤੈਨੂੰ ਇੱਥੋਂ ਲੰਘਣ ਨਹੀਂ ਦੇਣਾ, ਉਹ ਕਹਿੰਦੇ ਤੂੰ ਲੰਘਣ ਨਹੀਂ ਦੇਣਾ ਮੈਂ ਲੰਘਣਾ ਆ। ਇਹ ਜਿਹੜਾ ਵਿਰੋਧ ਹੈ, ਜਿਹੜਾ ਰੋਹ ਹੈ, ਜਿਹੜਾ ਖਾਸਾ ਹੈ, ਜਿਹੜਾ ਬਗਾਵਤੀ ਹੈ, ਜਿਹੜਾ ਕਿਉਂ ਖੜੀ ਕਰਨ ਦਾ, ਜ਼ਬਰ ਜ਼ੁਲਮ ਦੇ ਖਿਲਾਫ ਖੜੇ ਹੁੰਦਾ, ਇਹ ਸਾਨੂੰ ਸਾਡੀ ਮਿੱਟੀ ਨੇ ਤੇ ਸਾਡੇ ਪਹਿਲੇ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਪਹਿਲੇ ਦਿਨ ਤੋਂ ਹੀ ਕਹਿਤਾ ਹੈ ਪਹਿਲਾਂ ਮਰਨ ਕਬੂਲ ਕਰ ਤੇ ਜੀਵਨ ਕੀ ਛਡਾਸ, ਉਹਦੇ ਤੋਂ ਬਾਅਦ ਰਹਿ ਕੀ ਗਿਆ? ਮੌਤ ਤੇ ਸੈਲੀਬ੍ਰੇਸ਼ਨ ਹੈ ਸਾਡੇ ਲਈ। ਤਾਂ ਇਹੀ ਗੱਲ ਹੈ ਨਾ ਕਿ ਜਿਹੜੀ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਈ ਵਾਰੀ ਵੀ ਇਹ ਡਰਦੇ ਕਿਉਂ ਨਹੀਂ ਮੌਤ ਤੋਂ। ਸਾਨੂੰ ਤਾਂ ਪਹਿਲਾ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਹੀ ਸੀ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਹੁਣ ਗੱਲ ਤਾਂ ਇੱਥੇ ਆ, ਉਹ ਤਾਂ ਸਾਡੇ ਖੂਨ ਦੇ ਵਿੱਚ ਹੈ ਸਾਰਾ ਕੁਝ, ਪਰ ਹੁਣ ਸਮਝਣ ਵਾਲੇ ਕੁਝ ਸਮਝ ਰਹੇ ਨੇ ਪਰ ਅਜੇ ਵੀ ਕੁਝ ਨਹੀਂ ਸਮਝਦੇ ਪਏ। ਮੈਂ ਸਮਝਦਾ ਕਿ ਕੁਝ ਨਾ ਨਕਲੀ ਇਕੱਠੇ ਕੁੱਠੇ ਜੇ ਕਰਕੇ ਕਦੀ ਕਿਸੇ ਪਾਸਿਓਂ ਖਬਰ ਆਉਂਦੀ ਹੈ ਕਿ ਜਦੋਂ ਕਿਸਾਨਾਂ ਨਾਰੇ ਮਾਰੇ ਕੰਧਾਂ ਟੱਪ ਕੇ ਭੱਜ ਗਏ, ਉੱਥੇ ਬਠਿੰਡੇ ਹੋ ਗਿਆ, ਮੁਕੇਰੀਆਂ ਹੋ ਗਿਆ, ਪੰਜਾਬ 'ਚ ਕਈ ਜਗ੍ਹਾ ਤੇ ਸਾਰਾ ਕੁਝ ਵੀ ਇਹ ਵੀ ਚੱਲ ਰਿਹਾ ਕਿਉਂਕਿ ਕਿਸਾਨ ਹੁਣ ਜਾਗ ਚੁੱਕਾ ਤੇ ਕਿਸਾਨ ਰੋਹ ਦੇ ਵਿੱਚ ਹੈ, ਪਰ ਰੋਹ ਜਿਹੜਾ ਹੈ ਜਾਬਤੇ 'ਚ। ਕੀ ਕਹਿਣਾ ਚਾਹੁੰਦੇ ਹੋ? ਪੰਜਾਬ ਦੇ ਵਿੱਚ ਹੁਣ ਪੰਜਾਬੀ ਰੂਹ ਵਾਲਾ ਹੀ ਬੰਦਾ ਹੀ ਰਹੇਗਾ, ਉਹੀ ਇੱਥੇ ਕੁਝ ਉਮੀਦ ਕਰੇ, ਇੱਥੇ ਰਹਿਣ ਦੀ, ਇੱਥੇ ਕੁਝ ਪ੍ਰਾਪਤ ਕਰਨ ਦੀ। ਜਿਹੜੇ ਵੀ ਪੰਜਾਬ ਤੇ ਪੰਜਾਬੀਅਤ ਵਿਰੋਧੀ ਨੇ ਉਹਨਾਂ ਦੇ ਦਿਨ ਲੱਦ ਗਏ। ਮੈਂ ਤੁਹਾਨੂੰ ਦੋ ਐਗਜ਼ਾਮਪਲਾਂ ਦੇਣਾ ਆ। ਸਾਡੇ ਤੇ ਹਮੇਸ਼ਾ ਸ਼ੁਰੂ ਤੋਂ ਇਹ ਇਲਜ਼ਾਮ ਦਾ ਲੱਗਦਾ ਰਿਹਾ ਅਸੀਂ ਆਪਣਾ ਇਤਿਹਾਸ ਕਦੀ ਲਿਖਦੇ ਨਹੀਂ, ਨਾ ਹੀ ਆਪਣੇ ਬਾਰੇ ਵਧਾ ਚੜਾ ਕੇ ਬੋਲਦੇ ਹੀ ਆ। ਪਰ ਕੱਲ ਮੇਧਾ ਪਾਟੇਕਰ ਨੇ ਕਹਿ ਦਿੱਤਾ ਕਿ ਹੁਣ ਹਿੰਦੁਸਤਾਨ ਦੀ ਜਿਹੜੀ ਨੈਸ਼ਨਲ ਲੈਂਗੁਏਜ ਹੈ ਉਹ ਪੰਜਾਬੀ ਹੋਣੀ ਚਾਹੀਦੀ ਆ। ਇੱਕ ਮਹੀਨੇ ਦੇ ਵਿੱਚ ਪੰਜਾਬੀਆਂ ਨੇ ਰਾਜਸਥਾਨ, ਯੂਪੀ, ਹਰਿਆਣਾ, ਮਹਾਰਾਸ਼ਟਰ ਤੇ ਹੋਰ ਵੀ ਜਿਹੜੇ ਸਟੇਟਾਂ ਤੋਂ ਉੱਥੇ ਕਿਸਾਨ ਆਏ ਆ ਉਹਨਾਂ ਨੂੰ ਪੰਜਾਬੀ ਬੋਲਣ ਤੇ ਸਮਝਣ ਲਾਤਾ, ਲਿਖਣ ਪੜ੍ਹਨ ਵੀ ਲਾ ਦਾਂਗੇ। ਔਰ ਇੱਕ ਹੋਰ ਜਿਹੜੀ ਸਟੇਟਮੈਂਟ ਜਿਹੜੀ ਇੱਕ ਆਪਣੇ ਨਿਊਟਰਲ ਮੀਡੀਆ ਵੱਲੋਂ ਆਈ ਆ, ਉਹ ਕਹਿੰਦੇ ਕਿ ਅਗਰ ਤੁਸੀਂ ਹੁਣ ਤੱਕ ਇਸ ਗੱਲ ਦਾ ਹੀ ਅਹਿਸਾਨ ਜਤਾ ਰਹੇ ਜੇ ਕਿ ਅਸੀਂ ਇੰਨਾ ਆਟਾ ਦਾਲ ਦਿੱਤੀ ਆ ਜਾਂ ਇੰਨੀ ਕਣਕ ਆ ਜਾਂ ਆ 2-2000 ਰੁਪਏ ਦੀ ਖਰਾਦ ਵੰਡ ਰਹੇ ਜੇ, ਤੁਸੀਂ ਸਾਰਾ ਨਿਜ਼ਾਮ ਹੀ ਇਹਨਾਂ ਦੇ ਹੱਥ ਕਿਉਂ ਨਹੀਂ ਦੇ ਦਿੰਦੇ ਜਿਹੜੇ ਸਾਰੀ ਦੁਨੀਆ ਨੂੰ ਰੋਟੀ ਖਵਾ ਸਕਦੇ ਆ? ਤਾਂ ਹੀ ਇਹਨਾਂ ਦੇ ਲੰਗਰਾਂ ਤੇ, ਇਹਨਾਂ ਦੇ ਲੰਗਰਾਂ ਦੀਆਂ ਕਿਸਮਾਂ ਤੇ ਕਿੰਤੂ ਪਰੰਤੂ ਕਰ ਰਹੇ ਜੇ, ਇਹਨਾਂ ਦੇ ਟਰੈਕਟਰਾਂ ਟਰਾਲੀਆਂ ਦੀਆਂ ਕਿਸਮਾਂ ਤੇ ਕਿੰਤੂ ਪਰੰਤੂ ਕਰ ਰਹੇ ਜੇ। ਤੁਸੀਂ ਕਿਉਂ ਨਹੀਂ ਸਾਰਾ ਨਿਜ਼ਾਮ ਹੀ ਇਹਨਾਂ ਦੇ ਹੱਥ ਦੇ ਦਿੰਦੇ? ਇਹ ਆਪੇ ਕਿਸੇ ਨੂੰ ਭੁੱਖਾ ਨਹੀਂ ਮਰਨ ਦੇਣਗੇ। ਇਹ ਤੋਂ ਵੱਡੀ ਸਟੇਟਮੈਂਟ ਹੋਰ ਕੀ ਹੋ ਸਕਦੀ? ਬੜੀ ਵੱਡੀ ਸਟੇਟਮੈਂਟ ਆ ਰਹੀ ਤੇ ਬਾਰ-ਬਾਰ ਆ ਰਹੀ ਹੈ। ਆ ਜਿਹੜੀ ਸਟੇਟਮੈਂਟ ਹੁਣੇ ਬਾਜਵਾ ਸਾਹਿਬ ਨੇ ਸਾਂਝੀ ਕੀਤੀ ਹੈ, ਬਾਰ-ਬਾਰ ਆ ਰਹੀ ਹੈ ਤੇ ਹਿੰਦੂ ਵੀਰਾਂ ਵੱਲੋਂ ਵੀ ਆ ਰਹੀ ਹੈ ਤੇ ਹਿੰਦੂ ਲੀਡਰਾਂ ਵੱਲੋਂ ਵੀ ਆ ਰਹੀ ਹੈ। ਕਈ ਬੱਚੇ ਜਿਹੜੇ ਨੇ ਬਾਹਰ ਵਿਦੇਸ਼ਾਂ ਵਿੱਚ ਪੜ੍ਹ ਰਹੇ ਉਹਨਾਂ ਦੇ ਵੱਲੋਂ ਵੀ ਇਹ ਸਟੇਟਮੈਂਟ ਆ ਰਹੀ ਹੈ ਕਿ ਹਿੰਦੂ ਰਾਸ਼ਟਰ ਦੀ ਜਿੱਥੇ ਗੱਲ ਹੁੰਦੀ ਉਹ ਕਹਿੰਦੇ ਸਿੱਖ ਰਾਸ਼ਟਰ ਬਣਾ ਦਿਓ, ਕੋਈ ਭੁੱਖਾ ਹੀ ਨਹੀਂ ਮਰੇਗਾ। ਇਹ ਗੱਲ ਇਸ ਅੰਦੋਲਨ ਦੀ ਭਾਜੀ ਸਾਰਿਆਂ ਤੋਂ ਵੱਡੀ ਜਿਹੜੀ ਪ੍ਰਾਪਤੀ ਆ ਨਾ, ਜਿਹੜੀ ਆਉਣ ਵਾਲੇ ਸਮੇਂ 'ਚ ਵੀ ਗਿਣੀ ਮਿਥੀ ਜਾਏਗੀ, ਇਹਨੇ ਧਰਮ, ਜਾਤ ਪਾਤ, ਫਿਰਕਾ ਵੰਡ ਤੋਂ ਉੱਤੇ ਚੁੱਕ ਦਿੱਤਾ ਲੋਕਾਂ ਨੂੰ। ਜਿਹੜੀ ਕਿਸੇ ਨੂੰ ਕਿਹਾ ਜਾਂ ਜਿਹੜੀ ਨਫ਼ਰਤ ਜਾਂ ਕਿਸੇ ਚੀਜ਼ ਬਾਰੇ ਜਿਹੜਾ ਭਰਮ ਫੈਲਾਇਆ ਜਾਂਦਾ ਸੀ, ਉਹਦੇ ਤੋਂ ਤੁਹਾਡੇ ਵਰਗੇ ਲੋਕਾਂ ਦੀ ਜਿਹੜਾ ਵਧੀਆ ਮੀਡੀਆ, ਲੋਕਲ ਸੋਸ਼ਲ ਮੀਡੀਆ, ਉਹਦੇ ਰਾਹੀਂ ਜਿਹੜੀ ਗੱਲ ਗਈ ਆ ਨਿਖਰ ਕੇ ਲੋਕਾਂ ਨੂੰ ਹੁਣ ਸਮਝ ਆਈ ਆ। ਤੇ ਕਮਾਲ ਦੀ ਗੱਲ ਹੈ ਕਿ ਜਿਹੜੇ ਨੌਨ ਫਾਰਮਿੰਗ ਬੈਕਗ੍ਰਾਉਂਡ ਦੇ ਜਿਹੜੇ ਬੰਦੇ ਨੇ, ਉਹ ਕਿਸੇ ਵੀ ਵਰਗ ਦੇ ਆ, ਉਹ ਇਹ ਗੱਲ ਨੂੰ ਸਮਝ ਰਹੇ ਆ ਵੀ ਇਹਨਾਂ ਲੋਕਾਂ ਦੀ ਬੜੀ ਕੁਰਬਾਨੀ ਆ ਔਰ ਇਹ ਹਿੰਦੁਸਤਾਨ ਦੀ ਰੀੜ੍ਹ ਦੀ ਹੱਡੀ ਆ, ਇਹਨਾਂ ਦੇ ਸਿਰ ਤੇ ਮੁਲਕ ਖੜਾ ਆ। ਤੁਸੀਂ ਇਹਨਾਂ ਤੇ ਯੂਰਪ, ਅਮਰੀਕਾ ਦੇ 2-2 ਕਰੋੜ ਦੀ ਆਬਾਦੀ ਵਾਲੇ ਲੋਕਾਂ ਦਾ ਫਾਰਮੂਲਾ 130 ਕਰੋੜ ਦੀ ਆਬਾਦੀ ਤੇ ਕਿਵੇਂ ਲਾਗੂ ਕਰ ਸਕਦੇ ਜੀ? ਬਿਲਕੁਲ, ਨਾਲੇ ਇਹ ਫਾਰਮੂਲੇ ਉੱਥੇ ਵੀ ਗਲਤ ਸਾਬਤ ਹੋ ਚੁੱਕੇ ਨੇ। ਬਿਲਕੁਲ, ਉੱਥੇ ਦੀ ਕਿਸਾਨੀ ਵੀ ਜਿਹੜੀ ਆ ਇਹਨਾਂ ਫਾਰਮੂਲਿਆਂ ਕਰਕੇ ਬਰਬਾਦ ਹੋਈ ਹੈ। ਅੱਜ ਉਧਰੋਂ ਵੀ ਸਪੋਰਟ ਜਿਹੜੀ ਆਪਾਂ ਨੂੰ ਆ ਰਹੀ, ਇੰਟਰਨੈਸ਼ਨਲ ਮੀਡੀਆ 'ਚੋਂ ਵੀ ਆ ਰਹੀ ਹੈ। ਮੈਂ ਫਿਰ ਤੁਹਾਡੇ ਰਾਹੀਂ ਨਾ ਸਾਰੀ ਸੰਗਤ ਨੂੰ, ਸਾਰੇ ਵੀਰਾਂ ਨੂੰ, ਜਿੰਨੇ ਵੀ ਬਾਹਰ ਬੈਠੇ ਉਹਨਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਇਹੋ ਕਹਿਣਾ ਆ ਕਿ ਬਹੁਤ ਸਬਕ ਸਿੱਖ ਲਏ ਆਪਾਂ। 19 ਵਾਰੀ ਜਿੱਤ ਲਈ, ਹੁਣ 20 ਵਾਰੀ ਵੀ ਜਿੱਤ ਲਾਂਗੇ, ਪਰ ਹੁਣ ਸਮਾਂ ਆ ਗਿਆ ਆ ਕਿ ਆਪਾਂ ਜ਼ਮੀਨੀ ਤੌਰ ਤੇ ਇਸ ਗੱਲ ਨੂੰ ਸਮਝੀਏ। ਇਹ ਜਿਹੜੀ ਤਾਕਤ ਆ, ਇਹ ਫੈਸਲੇ ਲੈਣ ਦੀ, ਉਹਦੇ ਵਿੱਚ ਮਿੱਟੀ ਨਾਲ ਜੁੜੇ ਬੰਦੇ ਹੋਣ ਤੇ ਇਹ ਤਾਂ ਗੱਲ ਬਣਨੀ ਆ। ਅਸੀਂ ਉਦੋਂ ਥੋੜੀ ਜੀ ਲਾਪਰਵਾਹੀ ਦੇ ਨਾਲ ਇਹ ਇੱਥੋਂ ਤੱਕ ਗੱਲ ਪਹੁੰਚੀ ਆ। ਆਪਾਂ ਉਸ ਜੜ ਨੂੰ ਵੇਖੀਏ, ਉਸ ਜੜ ਦੇ ਨੁਕਸ ਨੂੰ ਦੂਰ ਕਰੀਏ ਜਿਹਦੇ ਕਰਕੇ
ਸਾਡੇ ਹੁਣ ਸਾਰੇ ਬੰਦਿਆਂ ਨੂੰ ਦਿੱਲੀ ਦੇ ਬਾਰਡਰਾਂ ਤੇ ਇਸ ਠੰਡ ਦੇ ਵਿੱਚ ਜਾ ਕੇ ਰਹਿਣਾ ਪੈ ਰਿਹਾ, ਸੰਘਰਸ਼ ਕਰਨਾ ਪੈ ਰਿਹਾ ਵਾ। ਜਦ ਤੱਕ ਉਸ ਜੜ ਦਾ ਫਸਤਾ ਨਹੀਂ ਵੱਢਾਂਗੇ, ਜਿਹੜੇ ਕੰਮ ਕਰਕੇ ਉੱਥੇ ਇਹ ਸਾਡੇ ਤੇ ਨੌਬਤ ਆਈ ਆ, ਉਹਦਾ ਕਾਰਨ ਲੱਭ ਕੇ ਉਹਦੇ ਤੇ ਫਤਿਹ ਨਹੀਂ ਪ੍ਰਾਪਤ ਹੁੰਦੀ, ਉਹ ਵੀ ਇਸ ਅੰਦੋਲਨ ਦੇ ਨਾਲ ਬੇਇਨਸਾਫੀ ਹੋਊਗੀ। ਆਪਣੇ ਪੰਜਾਬ ਨਾਲ ਵੀ ਬੇਇਨਸਾਫੀ ਹੋਊਗੀ, ਇਸ ਮੁਲਕ ਨਾਲ ਵੀ ਬੇਇਨਸਾਫੀ ਹੋਊਗੀ। ਸਾਨੂੰ ਇਹ ਗੱਲ ਜਿਹੜੀ ਹੈ ਨਾ, ਸਾਰਿਆਂ ਨੂੰ ਇੱਕ ਸੋਚ ਹੋ ਕੇ ਇਹ ਮਨ ਦੇ ਵਿੱਚ ਬਿਠਾ ਲੈਣੀ ਚਾਹੀਦੀ ਆ। ਇਹੀ ਏਕਤਾ, ਇਹੀ ਜਜ਼ਬਾ ਜੇ ਅਸੀਂ ਫੈਸਲਾ ਕੁੰਨ ਸਮੇਂ ਤੇ ਬਰਕਰਾਰ ਰੱਖਿਆ ਉਦੋਂ ਤੱਕ ਜਾਂ ਵਰਤ ਲਿਆ, ਤੇ ਕੋਈ ਦੁਨੀਆ ਦੀ ਤਾਕਤ ਸਾਨੂੰ, ਇਹ ਪੂਰੀ ਦੁਨੀਆ ਦਾ ਹੀ ਜਿਹੜਾ ਲੀਡਰ ਆ, ਰਾਹ ਦਿਖਾਵੇ ਬਣ ਤੋਂ ਰੋਕ ਨਹੀਂ ਸਕਦੀ। ਸੋ ਬਿਲਕੁਲ ਇੱਕ ਗੱਲ ਹੁਣੇ ਮੈਂ ਇਹਨਾਂ ਦੀ ਗੱਲ ਬਾਜਵਾ ਸਾਹਿਬ ਦੀ ਸੁਣਦੇ ਮਨ ਚ ਆਈ ਕਿ ਯਹੂਦੀਆਂ ਦੀ ਬੜੀ ਉਦਾਹਰਨ ਦਿੱਤੀ ਜਾਂਦੀ ਰਹੀ ਆ, ਸਿੱਖ ਸਟੇਜਾਂ ਤੇ ਵੀ ਬੜੀ ਉਦਾਹਰਨ ਦਿੱਤੀ ਜਾਂਦੀ। ਅੱਜ ਵੀ ਯਹੂਦੀ ਲੀਡ ਕਰਦੇ ਪਏ ਨੇ, ਛੋਟਾ ਜਿਹਾ ਉਹਨਾਂ ਦਾ ਵੀ ਖਿੱਤਾ ਸੀ, ਬਹੁਤ ਥੋੜੀ ਗਿਣਤੀ ਤੋਂ ਚੱਲੇ। ਸੋ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਸਾਨੂੰ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਪੰਜਾਬ ਦਾ ਵੀ ਜੇ ਖੇਤਰਫਲ ਵੇਖੀਏ ਤਾਂ ਬੜਾ ਨਿੱਕਾ ਜਿਹਾ, ਅੱਜ ਹਰ ਕੋਈ ਉਹਨੂੰ ਵੱਡਾ ਭਰਾ ਮੰਨਦਾ ਪਿਆ। ਤੇ ਇਸ ਖਿੱਤੇ ਤੋਂ ਆਪਾਂ ਪਹਿਲਾਂ ਹੀ ਜਾਣਦੇ ਹਾਂ, ਕਿਉਂਕਿ ਕਰੋਨਾ ਕਾਲ ਦੇ ਵਿੱਚ ਵੀ ਵਿਸ਼ਵ ਭਰ ਦੇ ਵਿੱਚ ਗੁਰੂ ਘਰਾਂ ਤੋਂ ਜੋ ਲੰਗਰ ਸੇਵਾ ਚੱਲੀ ਆ, ਉਹਨੇ ਆਪਣਾ ਮਤਲਬ ਸਾਰਿਆਂ ਦੇ ਦਿਲ ਦੇ ਉੱਤੇ ਉਹਦਾ ਅਸਰ ਛੱਡ ਚੁੱਕੀ ਹੈ ਪਹਿਲਾਂ ਹੀ। ਤੇ ਇਹ ਜਿਹੜੀ ਰਹਿੰਦੀ ਖੁੰਦੀ ਗੱਲ ਸੀ, ਇਸ ਸੰਘਰਸ਼ ਨੇ ਦੁਨੀਆ ਤੱਕ ਪਹੁੰਚਾ ਦਿੱਤੀ ਹੈ ਕਿ ਇਹ ਸੱਚੀ ਮੁੱਚੀ ਅੰਨਦਾਤੇ ਨੇ। ਉੱਥੇ ਆਪਾਂ ਦੇਖਿਆ ਹੀ ਆ ਪਿਛਲੇ ਕਿੰਨੇ ਦਿਨਾਂ ਤੋਂ, ਆਪ ਜੀ ਵੀ ਦੇਖਦੇ ਪਏ ਹੋ ਕਿ ਲਗਾਤਾਰ ਦੇਖੋ ਤੁਸੀਂ ਇੰਗਲੈਂਡ ਦੇ ਵਿੱਚ ਹਾਂਜੀ ਇਹ ਜਿਹੜੀ ਬਰਕਤ ਸਾਨੂੰ ਦਿੱਤੀ ਆ, ਅਸੀਂ ਇਹਦਾ ਦੇਣ ਦੇ ਹੀ ਨਹੀਂ ਸਕਦੇ। ਜਿਹੜੇ ਵੀ ਆਦਮੀ ਨੂੰ ਗੁਰੂ ਨਾਨਕ ਦੇ ਫਲਸਫੇ ਦੇ ਵਿੱਚ ਯਕੀਨ ਆ, ਜਾਂ ਉਹਨੇ ਉੱਥੇ ਉਸ ਮਾਹੌਲ ਦੇ ਵਿੱਚ ਅੱਖ ਖੋਲੀ ਆ, ਉਹਨੂੰ ਤੇ ਤਾਂ ਉਮਰ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਉੱਥੇ 1200 ਟਰੱਕ ਡਰਾਈਵਰ ਇੰਗਲੈਂਡ ਤੋਂ ਫਰਾਂਸ ਦੇ ਬਾਰਡਰ ਤੇ 2 ਦਿਨ ਜਦੋਂ ਫਸੇ ਨੇ, ਇਹ ਕਰੋਨਾ ਕਰਕੇ ਜਦੋਂ ਬੰਦ ਕਰ ਦਿੱਤੇ ਇਹਨਾਂ ਨੇ। ਮੈਂ ਨਹੀਂ ਕਹਿੰਦਾ, ਪਰ ਜੇ ਗ੍ਰੇਵਸੈਂਡ ਦਾ ਗੁਰਦੁਆਰਾ ਸਾਹਿਬ 6 ਘੰਟੇ ਦੇ ਵਿੱਚ 1400 ਫੂਡ ਪੈਕਟ ਬਣਾ ਕੇ ਉੱਥੇ ਪਹੁੰਚਾਏ ਨੇ, ਉਹਨਾਂ ਨੂੰ ਦਿੱਤੇ ਆ, ਤੇ ਗੁਰੂ ਨਾਨਕ ਦੇ ਫਲਸਫੇ ਦਾ ਇਹ ਤੋਂ ਜ਼ਿਆਦਾ ਵਧੀਆ ਪ੍ਰਚਾਰ ਪ੍ਰਸਾਰ ਕੋਈ ਹੋਰ ਹੀ ਨਹੀਂ ਆ। ਜਿੱਦਾਂ ਉੱਥੋਂ ਦਾ ਮੀਡੀਆ ਤੇ ਜੋ ਉਹਨਾਂ ਲੋਕਾਂ ਨੇ ਜਿਹੜੀਆਂ ਸਾਡੀਆਂ ਪਗੜੀਆਂ ਦਾ ਜਾਂ ਜਿਹੜੇ ਸਾਡੇ ਪਹਿਰਾਵੇ ਦਾ ਮਜ਼ਾਕ ਉਡਾਉਂਦੇ ਸੀ, ਉਹਨਾਂ ਦੇ ਸਿਰ ਤੇ ਅੱਖਾਂ ਨੀਵੀਆਂ ਹੋ ਜਾਣ, ਇਹ ਜਿਹੜੀ ਤਾਕਤ ਆ ਨਾ, ਇਹ ਸਾਨੂੰ ਬਾਬੇ ਨਾਨਕ ਦੀ ਸਾਨੂੰ ਦਿੱਤੀ ਹੋਈ ਆ। ਇਹਨੂੰ ਹੁਣ ਸਮਝਣ ਦੀ, ਮਹਿਸੂਸ ਕਰਨ ਦੀ, ਬਾਬੇ ਨਾਨਕ ਨੂੰ ਮੰਨਣ ਦੀ ਲੋੜ ਨਹੀਂ, ਬਾਬੇ ਨਾਨਕ ਦੀ ਮੰਨਣ ਦੀ ਲੋੜ ਆ। ਇਹ ਸਿਰਫ ਜਿਹੜਾ 17 ਸਾਲ 3 ਮਹੀਨੇ 17 ਦਿਨ ਕਰਤਾਰਪੁਰ ਦੀ ਧਰਤੀ ਤੇ ਜੋ ਬਾਬੇ ਨੇ ਸਾਹਮਣੇ ਪ੍ਰੈਕਟੀਕਲ ਕਰਕੇ ਵਿਖਾਇਆ, ਉਹਨੂੰ ਫੋਲੋ ਕਰਨ ਦੀ ਲੋੜ ਆ। ਮੈਨੂੰ ਲੱਗਦਾ ਇਸ ਅੰਦੋਲਨ ਤੋਂ ਬਾਅਦ ਸਾਨੂੰ ਪ੍ਰਮਾਤਮਾ ਪੂਰੀ ਅਕਲ ਦਊਗਾ ਇਸ ਚੀਜ਼ ਦੀ, ਔਰ ਇਹ ਜਿੰਨਾ ਕਾਰਨਾਂ ਕਰਕੇ ਸਾਨੂੰ ਆਪਣੇ ਹੱਥੀਂ ਦਿੱਤੀਆਂ ਹੋਈਆਂ ਗੰਢਾਂ ਤੇ ਮੂੰਹ ਨਾਲ ਖੁੱਲਣੀਆਂ ਪੈ ਰਹੀਆਂ ਨਾ, ਇਹ ਹੁਣ ਗੰਢਾਂ ਦੇਣ ਤੋਂ ਆਪਾਂ ਬਚਾਂਗੇ, ਆਪਣੇ ਨਿਜ਼ਾਮ ਦੇ ਮਾਲਕ ਆਪ ਬਣਾਂਗੇ। ਸੋ ਬਿਲਕੁਲ ਇਸ ਸੰਘਰਸ਼ ਤੋਂ ਬੜਾ ਕੁਝ ਸਾਨੂੰ ਹੋਰ ਵੀ ਮਿਲਣਾ ਹੈ ਜੇ ਅਸੀਂ ਇਸੇ ਸੰਜਮ ਦੇ ਨਾਲ ਤੇ ਇਸੇ ਸਲੀਕੇ ਦੇ ਨਾਲ ਅੱਗੇ ਵਧੇਗੇ, ਕਿਉਂਕਿ ਬੜੇ ਹੀ ਜ਼ਾਬਤੇ ਦੇ ਵਿੱਚ ਸਾਰਾ ਸੰਘਰਸ਼ ਚੱਲਦਾ ਪਿਆ। ਚਾਹੇ ਕਿਤੇ ਵੀ, ਜਿੱਥੇ ਕਿਤੇ ਬੈਰੀਕੇਡ ਚੁੱਕਣੇ ਵੀ ਆ, ਉੱਥੇ ਵੀ ਕਿਸੇ ਦੀ ਹਾਨੀ ਕਰਨ ਦੀ ਕੋਈ ਐਸੀ ਸੋਚ ਨੌਜਵਾਨਾਂ 'ਚ ਵੀ। ਵੇਖੋ ਜੋਸ਼ ਬੜਾ ਹੈ। ਆਪਾਂ ਪਿੱਛੇ ਵੀ ਤੁਹਾਨੂੰ ਦਿਖਾਇਆ ਸੀ ਇੱਕ ਦਿਨ ਕਿ ਉਹ ਜੈਪੁਰ ਵਾਲੀ ਰੋਡ ਦੇ ਉੱਤੇ 1.5 ਮਿੰਟ ਦੇ ਵਿੱਚ ਉਹਨਾਂ ਨੇ ਰੋਡ ਬਲੌਕ ਕਰਤੀ ਸੀ ਨੌਜਵਾਨਾਂ ਨੇ, ਤੇ 3 ਮਿੰਟ ਲੱਗੇ ਸਟੇਜ ਵਾਲਿਆਂ ਨੂੰ ਇਹ ਸਾਰਾ ਮੌਕਾ ਸਾਂਭਦਿਆਂ। ਕਿਸੇ ਨੇ ਸ਼ਰਾਰਤ ਨਾਲ ਕਹਿਤਾ ਸੀ ਰੋਡ ਜਾਮ ਕਰ ਦਿਓ, ਉਹਨਾਂ 1.5 ਮਿੰਟ 'ਚ ਰੋਡ ਜਾਮ ਕਰਤੀ, ਤੇ 3 ਮਿੰਟਾਂ 'ਚ ਉਹ ਸਾਰੀ ਰੋਡ ਫਿਰ ਖੁੱਲ੍ਹ ਵੀ ਗਈ ਸੀ। ਇੰਨੇ ਜ਼ਾਬਤੇ 'ਚ ਸੰਘਰਸ਼ ਚੱਲਦਾ ਹੋਏ, ਮੈਂ ਸਮਝਦਾ ਬੜੀ ਵੱਡੀ ਸਾਡੀ ਇੱਕ ਪ੍ਰਾਪਤੀ ਹੈ। ਤੇ ਇਕੱਠ ਜਿਹੜਾ ਵੱਧਦਾ ਪਿਆ, ਤੇ ਉਹਦੇ ਨਾਲ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਅੱਗੇ ਪਹੁੰਚਦੀ ਪਈ ਹੈ ਕਿ ਕਿਰਤ ਕਰੋ ਨਾਮ ਦੇ। ਕਮਿਊਨੀਕੇਸ਼ਨ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਜਿਹੜੇ ਤੁਹਾਡੇ ਵਰਗੇ ਨਾ, ਜਿਹੜੀ ਇੱਕਦਮ ਜਿਹੜਾ ਵੀ ਕੋਈ ਆਗੂ ਜਾਂ ਕੋਈ ਬੰਦਾ ਗਲਤੀ ਕਰਦਾ ਆ, ਉਹ ਬੜੀ ਛੇਤੀ ਫੈਲਦੀ ਆ, ਉਹਨੂੰ ਬੜਾ ਤੁਰੰਤ ਉਹਨੂੰ ਠੀਕ ਕਰ ਲਿਆ ਜਾਂਦਾ ਹੈ। ਇਹ ਜਿਹੜਾ ਮੀਡੀਆ, ਜਿਹੜਾ ਇਸ ਵਾਰ ਜਿਹੜੀ ਮੀਡੀਆ ਦੀ ਤਾਕਤ ਪ੍ਰਮਾਤਮਾ ਵੱਲੋਂ ਸਾਡੇ ਲੋਕਾਂ ਦੇ ਹੱਥਾਂ 'ਚ ਜਿਹੜੀ ਆਈ ਹੈ ਨਾ, ਅਸਲ ਦੇ ਵਿੱਚ ਉਹਨੇ ਹੀ ਇਹਦਾ ਪਸਾਰਾ ਜਿਹੜਾ ਇੱਥੋਂ ਤੱਕ ਕੀਤਾ ਆ। ਗੱਲ ਤੁਸੀਂ ਯਹੂਦੀਆਂ ਦੀ ਕਰ ਰਹੇ ਹੋ, ਮੈਨੂੰ ਲੱਗਦਾ ਉਹਨਾਂ ਨੂੰ ਤੇ 2000 ਸਾਲ ਤੇ 2 ਕਰੋੜ ਬੰਦਾ ਮਰਵਾ ਕੇ ਅਕਲ ਆਈ ਸੀ, ਪਰ ਮੈਨੂੰ ਲੱਗਦਾ ਸਾਡੇ ਤੇ ਇਹ ਫਾਰਮੂਲਾ ਲਾਗੂ ਨਹੀਂ ਹੋਣਾ। ਅਸੀਂ 19 ਵਾਰੀ ਜਿੱਤੀ ਸੀ, ਸਾਨੂੰ ਸਿਰਫ 1 ਵਾਰੀ ਹੋਰ ਜਿੱਤਣ ਦੀ ਲੋੜ ਪੈਣੀ ਆ, ਉਨੀਆਂ ਕੁਰਬਾਨੀਆਂ ਦੀ ਲੋੜ ਨਹੀਂ ਪੈਣੀ। ਅਸੀਂ ਉਹਦੇ ਤੋਂ ਥੋੜੇ ਟਾਈਮ ਦੇ ਵਿੱਚ ਬੜੇ ਵਧੀਆ ਤਰੀਕੇ ਤੇ ਸਲੀਕੇ ਨਾਲ, ਜੇ ਉਹਨਾਂ ਨੇ ਰੇਗਿਸਤਾਨ ਨੂੰ ਆਬਾਦ ਕਰ ਲਿਆ ਸੀ, ਤੇ ਅਸੀਂ ਤੇ ਆਪਣੇ ਹੱਥੀਂ
ਸਾਨੂੰ ਬਖਸ਼ੀਆਂ ਹੋਈਆਂ ਅਪਾਰ ਬਰਕਤਾਂ, ਪੰਜਾਬ ਦੀ ਧਰਤੀ ਵਰਗੀ ਖਿੱਤਾ ਨਾ ਕਿਤੇ ਦੁਨੀਆ ਤੇ ਹੈਗਾ ਨਾ ਹੋਊਗਾ। ਇਹਦੇ ਸਿਰ ਤੇ ਅਸੀਂ ਸਾਰੀ ਦੁਨੀਆ ਦੇ ਲੰਬੜਦਾਰ ਬਣ ਸਕਦੇ ਹਾਂ। ਲੋੜ ਸਿਰਫ ਜਿਹੜੀ ਫੈਸਲੇ ਲੈਣ ਵਾਲੀ ਲੌਬੀ ਆ ਨਾ, ਉਹਦੇ ਵਿੱਚ ਵੱਧ ਤੋਂ ਵੱਧ ਆਪਣਾ ਕਬਜ਼ਾ ਜਮਾਉਣ ਦੀ ਆ, ਆਪਣਾ ਉਹਦੇ ਵਿੱਚ ਦਾਖਲਾ ਲੈਣ ਦੀ ਆ। ਇਹ ਜਦੋਂ ਆਪਾਂ ਢਿੱਲੇ ਪੈਨੇ ਆ, ਮੂਰਖ ਤੇ ਨਾ ਕਾਬਲ ਆਦਮੀ ਜਿਹੜੇ ਆ, ਉਹ ਫਿਰ ਇੱਕ ਸਟੇਟ ਦਾ ਨਹੀਂ ਸਾਰੇ ਮੁਲਕ ਦਾ ਭਾਜੀ ਬਹੁਤ ਵੱਡਾ ਨੁਕਸਾਨ ਕਰ ਦਿੰਦੇ ਹੁੰਦਾ। ਇੱਕ ਗੱਲ ਹੋਰ ਤੁਹਾਡੀ ਗੱਲ 'ਚੋਂ ਹੀ ਮੈਨੂੰ ਹੁਣੇ ਲੱਗੀ ਹੈ ਕਿ ਜ਼ਰੂਰ ਇਸ ਗੱਲ ਵੱਲ ਵੀ ਖਿਆਲ ਕਰੀਏ। ਸਾਡੇ ਜਿਹੜੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਸਾਰੀ ਕਰੀਮ ਪੰਜਾਬ ਦੀ ਜਿਹੜੀ ਵਿਦੇਸ਼ਾਂ ਨੂੰ ਜਾ ਰਹੀ ਹੈ, ਠੀਕ ਆ, ਤੁਹਾਡਾ ਬੜਾ ਵੱਡਾ ਯੋਗਦਾਨ ਹੈ, ਪਰ ਮੈਂ ਸਮਝਦਾ ਇੱਥੇ ਵੀ ਕਰੀਮ ਦੀ ਲੋੜ ਹੈ। ਜਿਹੜੀਆਂ ਵਧੀਆ ਕੁਰਸੀਆਂ ਨੇ ਜਿੱਥੇ ਬਹਿ ਕੇ ਫੈਸਲੇ ਹੋਣੇ ਆ, ਤੁਸੀਂ ਉੱਥੇ ਬੈਠੋਗੇ ਤੇ ਫਿਰ ਬੜੀ ਵੱਡੀ ਅਗਵਾਈ ਤੁਸੀਂ ਦੇ ਸਕਦੇ ਹੋ। ਸੋ ਆਪਣਾ ਇਹ ਵੀ ਇਨਪੁਟ ਜਿਹੜਾ ਇਹਦੇ ਵੱਲ ਵੀ ਖਿਆਲ ਰੱਖੀਏ। ਅਸੀਂ ਜੇ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਇੱਥੋਂ ਦਾ ਹੀ ਸਿਸਟਮ, ਇੱਥੋਂ ਦਾ ਨਿਜ਼ਾਮ ਇਦਾਂ ਦਾ ਕਰ ਲਈਏ ਕਿ ਬਾਹਰ ਵਾਲੇ ਵੀ ਇੱਥੇ ਆਣ ਕੇ ਸਕੂਨ ਮਹਿਸੂਸ ਕਰਨ। ਤੁਸੀਂ ਭਾਜੀ ਬਹੁਤ ਜ਼ਰੂਰੀ ਤੇ ਬਹੁਤ ਗਹਿਰੀ ਗੱਲ ਜਿਹੜੀ ਆ ਨਾ, ਅਸਲ ਦੇ ਵਿੱਚ ਸਾਨੂੰ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ। ਇਹ ਸਾਨੂੰ ਚੀਜ਼ ਕਚੋਟਦੀ ਕਿਉਂ ਨਹੀਂ? ਬਹੁਤ ਸਾਰੀ ਪਬਲਿਕ ਦੀ ਪਰੇਸ਼ਾਨੀ ਇਹ ਆ, ਫਿਰ ਗੱਲ ਗੁਰੂ ਨਾਨਕ ਦੇ ਫਲਸਫੇ ਦੀ ਆ ਜਾਂਦੀ ਆ। ਅਸੀਂ ਭਾਜੀ ਆਪਣੇ ਕੰਫਰਟ ਜ਼ੋਨ ਚੋਂ ਨਹੀਂ ਨਿਕਲਣਾ ਚਾਹੁੰਦੇ। ਜਿਹੜੇ ਅਜੇ ਤੱਕ ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ 'ਚ ਇਸ ਅੰਦੋਲਨ 'ਚ ਹਿੱਸਾ ਨਹੀਂ ਪਾਇਆ ਨਾ, ਉਹ ਆਪਣੇ ਕੰਫਰਟ ਜ਼ੋਨ ਚੋਂ ਨਹੀਂ ਨਿਕਲੇ। ਆਪਣੀ ਲਾਚਾਰੀ, ਮਜਬੂਰੀ, ਲਾਲਚ, ਸਵਾਰਥ, ਜੋ ਮਰਜ਼ੀ ਕਹਿ ਲਓ। ਪਰ ਮੈਂ ਇੱਕ ਗੱਲ ਅਖੀਰੀ ਕਹਿਣਾ ਚਾਹੁੰਦਾ, ਸਾਨੂੰ ਪਹਿਲੇ ਤੋਂ ਲੈ ਕੇ 10ਵੇਂ ਪਾਤਸ਼ਾਹ ਨੇ ਜਿਹੜਾ ਨਿਚੋੜ ਕੱਢ ਕੇ ਦਿੱਤਾ ਸੀ, ਉਹਦਾ ਨਿਚੋੜ ਇਹੀ ਸੀਗਾ। ਪਹਿਲੇ ਪਾਤਸ਼ਾਹ ਦੇ 3 ਉਪਦੇਸ਼ ਸੀ, ਕਿਰਤ ਕਰਨੀ ਆ ਔਰ ਨਾਮ ਜਪਣਾ ਆ, ਵੰਡ ਛਕਣਾ ਆ। ਉਹਦੇ ਵਿੱਚ 2 ਉਪਦੇਸ਼ 10ਵੇਂ ਪਾਤਸ਼ਾਹ ਨੇ ਕੀਤੇ ਕਿ ਜ਼ਬਰ ਨਾ ਕਰਨਾ ਤੇ ਨਾ ਸਹਿਣਾ। ਇਹਦਾ ਜਿਹੜਾ ਨਿਚੋੜ ਹੈ, ਇਹਦੇ ਉੱਤੇ ਅਮਲ ਕਰਨ ਵਾਸਤੇ ਸਾਨੂੰ ਕਦੀ ਜ਼ਿੰਦਗੀ 'ਚ ਅਸੀਂ ਅਵੇਸਲੇ ਨਹੀਂ ਹੋ ਸਕਦੇ। ਸਾਨੂੰ ਕੰਫਰਟ ਜ਼ੋਨ 'ਚ ਰਹਿਣ ਦਾ ਹੁਕਮ ਹੀ ਨਹੀਂਗਾ, ਖਾਸ ਕਰਕੇ ਸਿੱਖ ਨੂੰ। ਇਹ ਮੈਂ ਆਪਣੀ ਰੈਜੀਮੈਂਟ ਦੇ ਹਵਾਲੇ ਨਾਲ ਵੀ ਕਹਿ ਰਿਹਾ ਵਾਂ। ਸਾਡਾ ਮਾਟੋ ਆ, ਨਿਸ਼ਚੇ ਕਰ ਆਪਣੀ ਜੀਤ ਕਰੋ। ਔਰ ਜਦੋਂ ਵੀ ਕਿਤੇ ਹੱਲਾ ਬੋਲਣਾ ਤੇ ਪਹਿਲਾਂ ਜਦੋਂ ਪਾਠ ਹੋ ਕੇ ਤੇ ਦੇਸ਼ ਸੇਵਾ ਵਰਮੋਹੇ ਜਿਹੜਾ ਆ ਉਹਨੂੰ ਐਂਡ ਤੱਕ ਬੋਲਿਆ ਜਾਂਦਾ ਆ, ਉਹ ਕਿਸੇ ਨਾ ਕਿਸੇ ਤਰ੍ਹਾਂ ਉਹ ਪੁੱਛ ਦੇਣ ਦੀ ਕੋਸ਼ਿਸ਼ ਆ। ਉਹ ਪੁੱਛਿਆ ਉਸ ਰੈਜੀਮੈਂਟ ਦਾ। ਇਹ ਸਾਨੂੰ ਇੱਕ ਗੱਲ ਤਾਂ ਪਹਿਲਾਂ ਮਨ 'ਚ ਵਿਛਾ ਲੈਣੀ ਚਾਹੀਦੀ ਆ ਵੀ ਜੇ ਸਾਨੂੰ ਆਪਣੇ ਫਲਸਫੇ ਤੇ, ਆਪਣੇ ਧਰਮ ਤੇ, ਆਪਣੀ ਕਮਿਊਨਿਟੀ ਤੇ, ਆਪਣੇ ਜੁਝਾਰੂਪਣ ਤੇ ਮਾਣ ਹੈਗਾ ਨਾ, ਤੇ ਕੰਫਰਟ ਜ਼ੋਨ ਚੋਂ ਬਾਹਰ ਨਿਕਲੋ। ਇਹ ਸਮਝ ਲਓ ਕਿ ਜੇ ਪੀਸ ਟਾਈਮ ਹੈ ਤੇ ਤੁਸੀਂ ਸੰਤ ਜੇ, ਤੇ ਜਦੋਂ ਜਿਹੜੀ ਗੱਲ ਤੁਸੀਂ ਜਿੱਥੋਂ ਸ਼ੁਰੂ ਕੀਤੀ ਸੀ ਅਸੀਂ, ਜੇ ਵਾਰ ਟਾਈਮ ਆ, ਜੇ ਮੈਦਾਨੇ ਜੰਗ ਆ, ਤੇ ਫਿਰ ਆਪਾਂ ਸਿਪਾਹੀ ਆ, ਬਾਕੀ ਗੱਲਾਂ ਬਾਅਦ 'ਚ। ਸੋ ਬਿਲਕੁਲ ਇਹ ਵਾਰ ਜ਼ਰੂਰੀ ਨਹੀਂ ਕਿ ਬੰਦੂਕਾਂ ਵਾਲੀ ਵਾਰ ਹੋਏ ਜਾਂ ਉੱਥੇ ਤੇਗਾਂ ਹੀ ਚੱਲਣ। ਇਸ ਵੇਲੇ ਜਿਹੜਾ ਇਹ ਸੰਘਰਸ਼ ਹੈ ਵੀ ਇੱਕ ਜੰਗ ਹੈ ਤੇ ਹੋਂਦ ਦੀ ਜੰਗ ਹੈ। ਸਭ ਤੋਂ ਜਿਹੜੀ ਮੇਨ ਗੱਲ ਹੈ ਨਾ, ਇਹ ਪੰਜਾਬੀ ਦੀ ਹੋਂਦ ਦੀ ਜੰਗ ਹੈ, ਸਾਡੇ ਸਾਰਿਆਂ ਦੀ ਹੋਂਦ ਦੀ ਜੰਗ ਹੈ। ਕਿਉਂਕਿ ਇਸ ਮਿੱਟੀ ਤੋਂ ਆਪਣੇ ਆਪ ਨੂੰ ਦੂਰ ਕਰਕੇ ਤਾਂ ਆਪਾਂ ਮੈਂ ਸਮਝਦਾ ਇਹ ਚੀਜ਼ ਮਹਿਸੂਸ ਵੀ ਨਹੀਂ ਕਰ ਸਕਦੇ ਵੀ ਇਹ ਇਦਾਂ ਹੋ ਸਕਦਾ। ਪਰ ਕੁਝ ਲੋਕ ਵੇਖੋ, ਕੰਪਨੀਆਂ ਦੀ ਗੱਲ ਆਪਾਂ ਤੁਸੀਂ ਗੱਲ ਕੀਤੀ ਸੀ ਵੀ ਬ੍ਰਿਟਿਸ਼ ਆਏ, ਉਦੋਂ ਈਸਟ ਇੰਡੀਆ ਕੰਪਨੀ ਆਈ ਸੀ, ਤੇ ਹੁਣ ਹੋਰ ਕੰਪਨੀਆਂ ਉਸੇ ਮੁਖੌਟਾ ਬਦਲ ਕੇ ਤੇ ਫਿਰ ਉਦਾਂ ਹੀ ਬਘਿਆੜਾਂ ਵਾਂਗੂ ਇੱਧਰ ਨੂੰ ਤੱਕਦੀਆਂ ਪਈਆਂ ਨੇ। ਮੈਨੂੰ ਲੱਗਦਾ ਕਿ ਪੰਜਾਬੀਆਂ ਜਵਾਬ ਦੇ ਦਿੱਤਾ ਉਹਨਾਂ ਨੂੰ, ਪਰ ਹੋਰ ਆਉਂਦੇ ਦਿਨਾਂ 'ਚ ਇਹਦਾ ਨਤੀਜੇ ਸਾਹਮਣੇ ਆ ਹੀ ਜਾਣੇ ਆ। ਇੱਕ ਮੈਂ ਗੱਲ ਤੁਹਾਡੀ ਗੱਲ ਦੇ ਵਿੱਚ ਐਡ ਕਰਦਾ, ਮੈਂ 2 ਉਦਾਹਰਨਾਂ ਦੇਣਾ। ਬਹੁਤ ਸਾਰਿਆਂ ਬੰਦਿਆਂ ਨੂੰ ਤੇ ਅਜੇ ਤੱਕ ਵੀ ਇਹ ਸਮਝ ਨਹੀਂ ਆ, ਔਰ ਜਿਹੜੇ ਅੰਧ ਭਗਤ ਨੇ ਉਹ ਵੀ ਇਹ ਸਵਾਲ ਕਰਦੇ ਕਿ ਤੁਹਾਨੂੰ ਪੈਸੇ ਜ਼ਿਆਦਾ ਦੇ ਰਹੇ ਆ, ਜੇ ਕਾਰਪੋਰੇਟ ਖੇਤੀ ਹੋਊਗੀ ਉਹ ਤੁਹਾਨੂੰ ਠੇਕਾ ਜ਼ਿਆਦਾ ਦੇ ਰਿਹਾ, ਤੁਹਾਨੂੰ ਕੰਮ ਵੀ ਦੇ ਰਿਹਾ, ਤੇ ਤੁਸੀਂ ਠੀਕ ਹੈ ਘਾਈਆਂ ਦਾ ਕੰਮ ਘਾਹ ਖੋਤਣਾ ਹੀ ਆ, ਪਰ ਮੈਂ ਘਾਹ ਖੋਦਦਾ ਆ ਤੇ ਆਜ਼ਾਦੀ ਨਾਲ ਖੋਦਦਾ, ਜਿੰਨਾ ਮੇਰੀ ਜ਼ਰੂਰਤ ਹੈ ਉਹਨਾਂ ਖੋਦਦਾ। ਮੈਨੂੰ ਇਸ ਗੱਲ ਦਾ ਪਹਿਲਾਂ ਤੋਂ ਹੀ ਬੜਾ ਰੰਜ ਆ ਕਿ ਇਹ ਜਿਹੜੀ ਮੋਨੋਕ੍ਰੋਪਿੰਗ ਆ, ਮੋਨੋਕ੍ਰੋਪਿੰਗ ਦਾ ਮਤਲਬ ਹੁੰਦਾ ਇੱਕ ਹੀ ਤਰ੍ਹਾਂ ਦੀ ਫਸਲ। ਕਣਕ ਔਰ ਝੋਨੇ ਨੇ ਜਿੰਨਾ ਸਾਡਾ ਸੱਤਿਆਨਾਸ਼ ਮਾਰਿਆ ਪੰਜਾਬ ਦੀ ਰੂਹ ਦਾ, ਪੰਜਾਬ ਦੇ ਕੁਦਰਤੀ ਸਰੋਤਾਂ ਦਾ। ਹੁਣ ਮੰਨ ਲਓ ਜੇ ਕਾਰਪੋਰੇਟ ਫਾਰਮਿੰਗ ਆਉਂਦੀ ਆ, 6-6 7-7 ਕਿਲੋ ਦੇ ਕਿੱਲਿਆਂ ਦੇ ਫਾਰਮ ਬਣਦੇ ਆ, ਤੇ ਉਹਦੇ ਵਿੱਚ ਇੱਕ ਟੱਕ ਤੇ ਇੱਕ ਹੀ ਫਸਲ ਹੋਏਗੀ। ਹੁਣ ਹਿੰਦੁਸਤਾਨ ਦੀ ਬਦਕਿਸਮਤੀ ਇਹ ਆ ਕਿ ਜਿਹੜਾ ਇਹਦਾ ਸ਼ਾਸਕ ਆ ਉਹ ਸਾਰੇ ਹਿੰਦੁਸਤਾਨ ਦੀ ਵੀ ਮੋਨੋਕ੍ਰੋਪਿੰਗ ਕਰਨਾ ਚਾਹੁੰਦਾ। ਉਹ ਕਹਿੰਦਾ ਨਹੀਂ ਜੀ ਇਹ ਮੇਰੀ ਜਾਤ ਦਾ ਰਾਸ਼ਟਰ ਹੈ, ਹਿੰਦੂ ਰਾਸ਼ਟਰ ਹੈ, ਬਾਕੀ ਤੇ ਸਾਰੇ ਜਿਹੜੇ ਆ ਮੈਂ ਜੁੱਤੀਆਂ ਮਾਰ ਕੇ ਦਬਾ ਲੈਣੇ ਆ। ਤੇ ਜਿਨ੍ਹਾਂ ਨੂੰ ਅੱਗੋਂ ਜਿਨ੍ਹਾਂ ਦੇ ਹੱਥ ਸਾਰੇ ਸਾਧਨ ਦੇਣਾ ਚਾਹ ਰਿਹਾ ਆ, ਉਹਨਾਂ ਦੀ ਵੀ ਜਿਹੜੀ ਪਾਲਿਸੀ ਉਹ ਮੋਨੋਕ੍ਰੋਪਿੰਗ ਦੀ ਆ ਵੀ ਜੇ ਗੁਰਦਾਸਪੁਰ ਉਹਨਾਂ ਦੇ ਹੱਥ 'ਚ ਆ ਗਿਆ ਤੇ ਇੱਥੇ ਮੈਂ ਸਾਰੇ ਗੁਰਦਾਸਪੁਰ ਦੇ ਵਿੱਚ ਗੋਭੀ, ਬਾਸਮਤੀ ਜਾਂ ਇਹੋ ਲਾ ਦੇਣੀ ਆ, ਜਿਹੜੀ ਕਿ ਖਤਰਾ ਆ।
ਇਹ ਜਿਹੜਾ ਗੁਲਦਸਤਾ ਆ ਉਦੋਂ ਹੀ ਚੰਗਾ ਲੱਗਦਾ ਜਿਹਦੇ ਵਿੱਚ ਭਾਂਤ ਸੁਭਾਂਤ ਦੇ ਫੁੱਲ ਹੋਣ। ਦੋ ਬੰਦਿਆਂ ਦੀ ਮੈਂ ਉਦਾਹਰਨ ਜ਼ਰੂਰ ਦਵਾਂ, ਦੋ ਇਲਾਕਿਆਂ ਦੀ, ਕਿਉਂਕਿ ਮੈਂ ਸਾਰੇ ਕਸ਼ਮੀਰ ਦੇ ਵਿੱਚ ਉੱਪਰਲੇ ਇਲਾਕੇ ਦੇਖੇ ਨੇ ਜਿੱਥੇ ਸਭ ਤੋਂ ਵੱਧ ਉਮਰ ਦੇ ਲੋਕ ਨੇ। 102 5 ਸਾਲ ਦੇ ਲੋਕ ਆਮ ਉੱਥੇ ਉਮਰ ਭੋਗਦੇ ਆ, ਕਿਉਂਕਿ ਉੱਥੇ ਪਦਾਰਥਵਾਦ ਨਹੀਂ ਪਹੁੰਚਿਆ, ਤਰੱਕੀ ਦੀ ਜਿਹੜੀ ਦੌੜ ਆ ਮਰਨ ਦੀ ਉਹ ਨਹੀਂ ਉੱਥੇ ਪਹੁੰਚੀ, ਉਹ ਆਪਣੀ ਕੁਦਰਤੀ ਜ਼ਿੰਦਗੀ ਬਸਰ ਕਰਦੇ। ਇੱਕ ਕਿਊਬਾ ਜੇ ਕਿਸੇ ਨੇ ਉਦਾਹਰਨ ਲੈ ਕੇ ਚੱਲਣੀ ਆ, ਦੂਜੀ ਪਾਕਿਸਤਾਨ ਦੇ ਵਿੱਚ ਹੁੰਜਰਾ ਵੈਲੀ, ਉੱਥੋਂ ਦੇ ਲੋਕ ਤੰਦਰੁਸਤ, ਸੋਹਣੇ ਤੇ ਸਭ ਤੋਂ ਜ਼ਹਿਰ ਮੁਕਤ ਜੀਵਨ ਵਾਲੇ ਮੰਨੇ ਜਾਂਦੇ ਆ। ਉਹਨਾਂ ਨੇ ਬਹੁਤ ਕੁਝ ਨਕਾਰ ਦਿੱਤਾ, ਪਰ ਉਹਨਾਂ ਨੇ ਜਿਹੜੀ ਆਪਣੀ ਆਜ਼ਾਦੀ ਆ, ਆਪਣੀ ਮਿੱਟੀ ਆ, ਉਹਦੇ ਵਿੱਚ ਕਿਸੇ ਦੀ ਦਖਲਅੰਦਾਜ਼ੀ ਜਾਂ ਕਿਸੇ ਕੰਪਨੀ ਜਾਂ ਕਿਸੇ ਸਰਕਾਰ ਨੂੰ ਆਉਣ ਨਹੀਂ ਦਿੱਤਾ। ਇਹੋ ਹੀ ਉਹਨਾਂ ਦੀ ਤੰਦਰੁਸਤੀ, ਇਹੋ ਹੀ ਉਹਨਾਂ ਦੀ ਚੜ੍ਹਦੀ ਕਲਾ ਤੇ ਰਵੇ ਦੀ ਦਾ ਕਾਰਨ ਆ। ਇਹੋ ਹੀ ਸਾਡੇ ਰਵੇ ਦਾ ਤੇ ਸਾਡੀ ਚੜ੍ਹਦੀ ਕਲਾ ਦਾ ਕਾਰਨ ਆ। ਸਾਡਾ ਤੇ ਜਿਹੜਾ ਬਾਬੇ ਨਾਨਕ ਦਾ ਫਲਸਫਾ ਲੰਗਰ ਦਾ ਆ, ਉਹ ਸਿੱਧਾ ਮਿੱਟੀ ਤੇ ਖੇਤੀ ਨਾਲ ਜੁੜਿਆ। ਤੇ ਜੇ ਕੋਈ ਖੇਤੀ ਦਾ ਹੀ ਕੱਲ ਨੂੰ ਮਾਲਕ ਇੱਕ ਕੰਪਨੀ ਵਾਲਾ ਬਣ ਰਿਹਾ ਵਾ, ਤੇ ਤੁਸੀਂ ਆਪ ਵਿਚਾਰ ਕਰ ਲਓ ਕਿ ਉਹ ਲੰਗਰ ਲਾਏਗਾ। ਇਹੋ ਗੱਲ ਸਮਝਣ ਦੀ ਲੋੜ ਹੈ। ਬਿਲਕੁਲ, ਉਹ ਤਾਂ ਫਿਰ ਹਰ ਚੀਜ਼ ਹੁਣ ਵੇਖੋ ਨਾ, ਆਮ ਪਾਣੀ ਜਿਹੜਾ ਉਹ 20 ਰੁਪਏ ਲੀਟਰ ਜਿਹੜਾ ਉਹ ਵਿਕਦਾ, ਆਪਾਂ ਸਾਰੇ ਜਾਣਦੇ ਹਾਂ। ਸੋ ਗੱਲ ਬੜੀ ਸਿਰੇ ਦੀ ਆਪਾਂ ਸਾਂਝੀ ਕੀਤੀ ਹੈ, ਖੇਤਾਂ ਦੇ ਵਿੱਚ ਆ ਕਰਕੇ ਬੈਠ ਕਰਕੇ ਸਾਂਝੀ ਕੀਤੀ ਹੈ। ਸੰਘਰਸ਼ ਇੱਥੇ ਵੀ ਉਦਾਂ ਹੀ ਉਬਾਲੇ ਖਾ ਰਿਹਾ, ਇੱਥੇ ਵੀ ਲਹੂ ਓਨਾ ਹੀ ਗਰਮ ਹੈ। ਤੇ ਇਸ ਚੀਜ਼ ਨੂੰ ਲੈ ਕੇ ਆਪਾਂ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਸਭ ਤੋਂ ਮੇਨ ਗੱਲ ਜਿਹੜੀ ਕਰਨ ਜਾ ਰਹੇ ਆ, ਉਹ ਸੰਗਤ ਏਡ ਵੱਲੋਂ ਜਿਹੜੀ ਸਹਾਇਤਾ ਜਿਹੜੀ ਆ, ਸਨਮਾਨ ਰਾਸ਼ੀ ਜਿਹੜੀ ਆਪਾਂ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਜਿਨ੍ਹਾਂ ਨੇ ਆਪਣੇ ਪੁੱਤ ਬਾਰੇ ਨੇ, ਜਾਂ ਇੱਕ ਸਾਡੀ ਮਾਤਾ ਵੀ ਸ਼ਹੀਦ ਹੋਈ ਹੈ ਇਸੇ ਸੰਘਰਸ਼ 'ਚ। ਸੋ ਉਹਨਾਂ ਸਾਰੇ ਪਰਿਵਾਰਾਂ ਨੂੰ, ਜਿਵੇਂ ਹੁਣ ਬਾਜਵਾ ਸਾਹਿਬ ਨੇ ਗੱਲ ਕੀਤੀ, ਕਰੀਬ 32-33 ਦੇ ਕਰੀਬ ਜਿਹੜੇ ਨੇ ਸਾਡੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਨੇ। ਸੋ ਆਪਾਂ ਸੰਗਤ ਏਡ ਵੱਲੋਂ ਉਹਨਾਂ ਦਾ ਕਰੀਬ 1 ਲੱਖ ਰੁਪਏ ਦਾ ਜਿਹੜਾ ਅਸੀਂ ਵਿਚਾਰ ਅਜੇ ਤੱਕ ਕੀਤਾ, ਸੋ ਤਾਂ ਜ਼ਰੂਰ ਆਪਾਂ ਕਰਨ ਜਾ ਰਹੇ ਹਾਂ। ਉਹਦੀ ਆਰੰਭਤਾ ਸਤਿਗੁਰੂ ਕਿਰਪਾ ਕਰਨ ਕੱਲ੍ਹ ਤੋਂ ਹੋ ਜਾਣੀ ਹੈ। ਤੇ ਜਿਹੜੇ ਟੈਂਟ ਉੱਥੇ ਲਗਾਏ ਜਾ ਰਹੇ ਨੇ, ਕਿਉਂਕਿ ਤਾਦਾਦ ਬਹੁਤ ਵੱਧਦੀ ਜਾ ਰਹੀ ਹੈ, ਤੇ ਉੱਥੇ ਜਿਹੜੇ ਟੈਂਟ ਜਿਹੜੇ ਨੇ ਆਪਾਂ ਲਗਾਉਣ ਦਾ ਜਿਹੜਾ ਪ੍ਰੋਗਰਾਮ ਚੱਲ ਰਿਹਾ, ਉਹ ਵੀ ਤੁਹਾਡੇ ਸਹਿਯੋਗ ਦੇ ਨਾਲ, ਲੰਗਰ ਦੇ ਵਿੱਚ ਵੀ ਤੁਹਾਡਾ ਬਹੁਤ ਸਾਰਾ ਸਹਿਯੋਗ ਸਾਨੂੰ ਪ੍ਰਾਪਤ ਹੋ ਰਿਹਾ। ਸੋ ਇਹ ਆਪਾਂ ਇਦਾਂ ਹੀ ਰਲ ਮਿਲ ਕੇ, ਕਿਉਂਕਿ ਜਿਹੜਾ ਜੋ ਕਰ ਸਕਦਾ ਉਹ ਕਰੀਏ। ਤੇ ਇਹਨਾਂ ਹੁਕੂਮਤਾਂ ਨੂੰ, ਇਹ ਜਿਹੜੀਆਂ ਐਸੀਆਂ ਤਾਕਤਾਂ ਨੇ ਜਿਹੜੀਆਂ ਪੰਜਾਬ ਨੂੰ ਜਾਂ ਇਸ ਕਿਸਾਨੀ ਨੂੰ ਹੜੱਪਣਾ ਚਾਹੁੰਦੀਆਂ ਨੇ, ਉਹਨਾਂ ਤੋਂ ਆਪਾਂ ਆਪਣੇ ਆਪ ਨੂੰ ਤੇ ਆਪਣੇ ਕਿਸਾਨ ਵੀਰਾਂ ਨੂੰ ਬਚਾਉਣਾ। ਸੋ ਸਾਡੀ ਇੰਨੀ ਬੇਨਤੀ ਅੱਜ ਪ੍ਰਵਾਨ ਕਰਨੀ। ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।